श्री नानक अंगद गुरु अमरदास पद बंद। रामदास अर्जन गुरु बर श्री हर गोविंद। हरि राय हर कृष्ण गुर तेग बहादुर। दसवें गोबिंद सिंह गुरु नौं चरण। जिसमें है अमृत ज्ञान है मानक भगत। श्री गुरु ग्रंथ साहिब उदद बंदों कर। श्री गुरु शब्द कमाए जिना जीते पंच विकार। तिन संतन को बंदना सिर चरणन पर। एक अंकारा सतगुरु ते प्रसाद सच होए। वाहिगुरु जी की फतेह विघ्न विनाशन होए। एक अंकारा सतगुरु ते प्रसाद सच होए। वाहिगुरु जी की फतेह विघ्न विनाशन होए। सतनाम श्री वाहिगुरु साहिब जी। दोहरा 17 95 खान बहादुर नवाब। उन बहुत दुख सिंगन दयो पापी बटो खराब। 17 95 खान बहादुर नवाब। वाहिगुरु जी का खालसा वाहिगुरु जी की फतेह। पतत पावन भगत वत्सल कृपा निधान जुग जुग अटल। प्रगट गुरां की देह प्रतख हर। तन तन सतगुरु श्री गुरु ग्रंथ साहिब महाराज जी दी परम पवित्र सत संगत हजूरी दे अंदर। नावे गुरुदेव सतगुरु श्री गुरु तेग बहादुर साहिब महाराज जी दे भजन बंदगी तप अस्थान गुरुद्वारा श्री भोरा साहिब पातशाही नौवीं विखे महाराज जी दे हजूर सजे हुए संध्या दे समय दे दीवानत हाजरियां भर के सतगुरां दे दर्शन दीदारे करदियां होया सतगुरु जी दे पवित्र स्थानां ते सेवा कर हाजरियां भर के लाहा प्राप्त कर रहे गुरु प्यारी खालसा साध संगत जी। चल रही लड़ीवार गुरु इतिहास की कथा दे अंदर कल आपां प्रसंग सरवण कीता है। भाई मनी सिंह साहिब जी जिन्हां ने बंद बंद कटा के शहीदी दिती है। दिवाली का जोड़ मेला तुर्कां दे बदनीत करके नहीं लगा पर वो 10,000 मंगते रहे। भाई मनी सिंह जी कहते मेला तुसी लगन नहीं दिता माया कित्थों दईए। फड़ के लै गए मुसलमान बन जां टके देण दी शर्त रखी गई जान बख्शी वास्ते। भाई मनी सिंह साहिब जी ने दोवां गल्लां तो इनकार किया। बंद बंद कट्टण दा हुक्म दिता। 4 बंद जलाद कट्टण लगा भी 2 बांह दे कट देंगे 2 लत्तां दे। पर भाई मनी सिंह जी कहते जलादा तेनों पता ही नहीं भी बंद शुरू कित्थों होंदे है। सज्जी बांह दे पहला पोटियां वाला बंद कटवाया। आप बाणी पढ़ते रहे इशारा करे गए। फिर विचकारली गंढ दे वो जोड़ कटवाया। फिर उंगलों तो हेठला पासा 15 टोटे केवल 4 उंगलों ते 1 अंगूठे दे हुए। फिर गुट वाले थां तो फिर कोहणी तो फिर मोढे तो इदां ही खब्बी बांह पैरां दे भी इदां ही पोटे कटाए।
ਗਿੱਟੇ ਤੋਂ, ਗੋਡੇ ਤੋਂ, ਪੱਟ ਤੋਂ। ਇਸ ਤਰ੍ਹਾਂ ਦਾ ਭਾਈ ਸਾਹਿਬ ਜੀ ਨੇ ਸਿਦਕ ਨਿਭਾਉਂਦਿਆਂ ਹੋਇਆਂ ਮਨ ਦੇ ਵਿੱਚ ਐਸੀ ਭਾਵਨਾ ਸੀ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਦਾਂ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ, ਬੰਦ ਕਟਾਇਆ, ਸਿੱਖੀ ਸਾਬਤ ਰੱਖੀ, ਨਾਲ ਦੇ ਸਿੰਘਾਂ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਇਹ ਪ੍ਰਸੰਗ ਆਪਾਂ ਕੱਲ੍ਹ ਸਰਵਣ ਕੀਤੇ ਨੇ। ਆਓ ਜੋ ਅੱਜ ਖਾਲਸੇ ਦੇ ਉੱਤੇ ਜ਼ਕਰੀਏ ਨੇ ਜਿੱਦਾਂ ਜ਼ੁਲਮ ਕੀਤੇ, ਕੁਝ ਵੇਰਵਾ ਉਹਨਾਂ ਦਾ ਆ ਰਿਹਾ ਹੈ। ਜਿਵੇਂ ਨਾਦਰ ਸ਼ਾਹ ਚੜ੍ਹ ਕੇ ਆਇਆ, ਖਾਲਸੇ ਨੂੰ ਮੌਜ ਲੱਗ ਗਈ ਤੇ ਨਾਦਰ ਨੇ ਜਿਵੇਂ ਸਿੰਘਾਂ ਬਾਰੇ ਪੁੱਛਿਆ ਏ। ਇਹ ਸਾਖੀ ਸਰਵਣ ਕਰਨ ਦੇ ਲਈ ਇਕਾਗਰਤਾ ਬਖਸ਼ੀਏ। ਲਵਾਓ ਹਾਜ਼ਰੀ, ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 1795 ਖਾਨ ਬਹਾਦਰ ਨਵਾਬ। 1795 ਬਿਕਰਮੀ ਸੰਮਤ ਦੇ ਵਿੱਚ ਜਿਹਨੂੰ ਖਾਨ ਬਹਾਦਰ ਦਾ ਖਿਤਾਬ ਮਿਲਿਆ, ਜਿਹੜਾ ਜ਼ਕਰੀਆ ਖਾਨ ਹੈ, ਇਹ ਲਾਹੌਰ ਦਾ ਸੂਬੇਦਾਰ ਬਣਿਆ। ਦੁਖ ਸਿੰਘਨ ਦਇਓ ਪਾਪੀ ਵੱਡੋ ਖਰਾਬ। ਸਾਰੇ ਤੁਰਕ ਤੇ ਸਿੰਘਾਂ ਦੇ ਨਾਲ ਲੱਗਦੇ ਹੀ ਰਹੇ, ਪਰ ਜਿਹੜਾ ਜ਼ਕਰੀਆ ਖਾਨ ਸੀ, ਕਹਿੰਦੇ ਵੀ ਇਹ ਬਹੁਤ ਹੀ ਵੱਡਾ ਪਾਪੀ ਹੋਇਆ। ਇਹਨੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ, ਸਿੰਘਾਂ ਨੂੰ ਗ੍ਰਿਫਤਾਰ ਕਰਾਉਣ ਵਾਲਿਆਂ ਨੂੰ ਇਨਾਮ ਦਿੰਦਾ ਰਿਹਾ, ਸਿੰਘਾਂ ਨੂੰ ਫੜ ਕੇ ਲਿਆਉਣ ਵਾਲਿਆਂ ਨੂੰ ਇਨਾਮ ਦਿੰਦਾ ਰਿਹਾ। ਇੱਦਾਂ ਬੜਾ ਵੱਡਾ ਪਾਪੀ, ਬਹੁਤ ਹੀ ਵੱਡਾ ਦੁਸ਼ਟ, ਬੜੇ ਖਰਾਬੇ ਕਰਨ ਵਾਲਾ, ਇਹਨੇ ਸਿੰਘਾਂ ਨੂੰ ਬੜਾ ਦੁੱਖ ਦਿੱਤਾ। ਜਿਹੜੇ ਕੋਈ ਗ੍ਰਸਤੀ ਸਿੰਘ ਘਰਾਂ ਦੇ ਵਿੱਚ ਰਹਿਣ ਵਾਲੇ ਸਨ, ਉਹਨਾਂ ਨੂੰ ਫੜ ਕੇ ਤੰਗੀਆਂ ਦਿੰਦਾ ਰਿਹਾ। ਮਨੀ ਸਿੰਘ ਜਬ ਮਾਰਿਓ ਬੰਦ ਦਿਸੈ ਕਟਾਏ। ਭਾਈ ਮਨੀ ਸਿੰਘ ਜੀ ਨੂੰ ਜਦੋਂ ਬੰਦ ਕੱਟ ਕੇ ਤੇ ਸ਼ਹੀਦ ਕਰ ਦਿੱਤਾ ਲਾਹੌਰ ਦੇ ਨਖਾਸ ਚੌਂਕ ਦੇ ਅੰਦਰ। ਉਹ ਵੀ ਇਸ ਜ਼ਕਰੀਏ ਖਾਨ ਦੇ ਹੁਕਮ ਦੇ ਨਾਲ, ਇਹਦੇ ਵੇਲੇ ਹੀ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ। ਔਰ ਸਿੰਘ ਥੇ ਜੋ ਮਾਰੇ ਕੋ ਸਭ ਸਕੈ ਕਿਨਾਏ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੋਰ ਵੀ ਜ਼ਕਰੀਏ ਨੇ ਇੰਨੇ ਕੁ ਸਿੰਘ ਸ਼ਹੀਦ ਕੀਤੇ ਆ ਵੀ ਉਹਨਾਂ ਨੂੰ ਗਿਣ ਕੇ ਕੌਣ ਦੱਸੇ। ਜਿਹੜੇ ਦੇ ਮੁਖੀ ਸਿੰਘ ਹੈ, ਉਹਨਾਂ ਦੇ ਤੇ ਪ੍ਰਸੰਗ ਲਿਖੇ ਗਏ, ਉਹਨਾਂ ਦੀਆਂ ਤੇ ਸਾਖੀਆਂ ਲਿਖੀਆਂ ਗਈਆਂ, ਪਰ ਜਿਹੜੇ ਪਿੰਡਾਂ ਦੇ ਪਿੰਡ ਹੀ ਫੜ ਕੇ ਇਹਨੇ ਮਾਰ ਦਿੱਤੇ, ਪਿੰਡਾਂ ਦੇ ਪਿੰਡ ਸਿੱਖਾਂ ਦੇ ਖਾਲੀ ਕਰਤੇ। ਕਹਿੰਦੇ ਉਹਦੀ ਗਿਣਤੀ ਕੌਣ ਕਰੇ। ਸਾਧ ਸੰਗਤ ਜੀ, ਇੱਕ ਵਿਦਵਾਨ ਹੋਏ ਇਸ ਸਮੇਂ ਹੈਗੇ ਨੇ, ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਨਾਮ ਹੈ ਗਿਆਨੀ ਸੁਖਦੇਵ ਸਿੰਘ ਜੀ। ਉਹ ਇੱਕ ਸ਼ਹੀਦਾਂ ਦੇ ਡਾਇਰੈਕਟਰੀ ਤਿਆਰ ਕਰ ਰਹੇ ਹਨ ਤੇ ਲਗਭਗ ਉਹਨਾਂ ਨੇ 10 ਲੱਖ ਦੇ ਕਰੀਬ ਸ਼ਹੀਦ ਸਿੰਘਾਂ ਦਾ ਥਹੁ ਪਤਾ ਲਾਇਆ ਹੈ। 10 ਲੱਖ ਸ਼ਹੀਦਾਂ ਸਿੰਘਾਂ ਦੇ ਨਾਮ ਥਾਮ ਜਿਹੜੇ ਨੇ ਵੀ ਕਿਹੜੇ ਸਿੰਘ ਕਦੋਂ ਸ਼ਹੀਦ ਹੋਏ, ਕਿਹੜੇ ਕਦੋਂ ਹੋਏ, 10 ਲੱਖ ਦਾ ਵੇਰਵਾ ਲੱਭਾ ਹੈ। ਬਿਨਾਂ ਵੇਰਵੇ ਤੋਂ ਤੇ ਕਈ ਲੱਖਾਂ ਹੀ ਸਿੰਘ ਹੋਰ ਨੇ, ਪਰ ਜਿਨ੍ਹਾਂ ਦਾ ਵੇਰਵਾ ਪ੍ਰਾਪਤ ਹੋ ਸਕਿਆ ਉਹਨਾਂ ਦੀ ਗਿਣਤੀ 10 ਲੱਖ ਹੈ ਤੇ ਉਹ ਕਿਤਾਬ ਲਿਖ ਰਹੇ ਨੇ। ਤੇ ਭਾਈ ਰਤਨ ਸਿੰਘ ਜੀ ਵੀ ਇੱਥੇ ਇਹੀ ਜ਼ਿਕਰ ਕਰਦੇ ਨੇ ਵੀ ਜਿਹੜੇ ਤੇ ਮੁਖੀ ਸਿੰਘ ਸੀ ਉਹਨਾਂ ਦੇ ਤੇ ਸਾਖੀਆਂ ਪ੍ਰਸੰਗ ਲਿਖੇ ਗਏ, ਪਰ ਜਿਹੜੇ ਹੋਰ ਅਨੇਕਾਂ ਪਿੰਡਾਂ ਦੇ ਪਿੰਡ ਮਾਰ ਦਿੱਤੇ, ਪਿੰਡਾਂ ਦੇ ਪਿੰਡ ਸਿੱਖਾਂ ਦੇ ਖਾਲੀ ਕਰ ਦਿੱਤੇ, ਉਹ ਗਿਣ ਕੇ ਕੌਣ ਦੱਸੇ। ਕਈ ਚਰਖ ਕਈ ਫਾਂਸੀ ਮਾਰੇ। ਇਹ ਸ਼ਹੀਦ ਕਿਵੇਂ ਕੀਤਾ। ਕਈ ਸਿੰਘਾਂ ਨੂੰ ਚਰਖੜੀਆਂ ਤੇ ਚਾੜ ਕੇ ਮਾਰਿਆ ਗਿਆ, ਕਈਆਂ ਨੂੰ ਫਾਂਸੀ ਲਾ ਕੇ, ਫਾਹਾ ਲਾ ਕੇ ਸ਼ਹੀਦ ਕੀਤਾ। ਕਈ ਤੋਪਨ ਕਈ ਛੁਰੀ ਕਟਾਰੇ। ਕਈ ਸਿੰਘ ਜਿਉਂਦੇ ਹੀ ਤੋਪ ਦੇ ਅੱਗੇ ਖੜਾ ਕੇ ਤੋਪ ਦਾ ਗੋਲਾ ਚਲਾ ਕੇ ਉਹਦੇ ਨਾਲ ਉਡਾ ਦਿੱਤੇ। ਕਈ ਛੁਰੀ ਕਟਾਰੇ ਤੇ ਕਈ ਸਿੰਘਾਂ ਦੇ ਗਰਦਨਾਂ ਦੇ ਉੱਤੇ ਛੁਰੀ ਫੇਰ ਕੇ ਸਾਹ ਰਗ ਵੱਢ ਕੇ ਪੀਤੜ ਫਾ ਕੇ ਮਾਰਨਾ ਹੈ। ਕਈਆਂ ਨੂੰ ਇੱਦਾਂ ਸ਼ਹੀਦ ਕੀਤਾ ਤੇ ਕਈਆਂ ਨੂੰ ਕਟਾਰ ਦੇ ਨਾਲ ਢਿੱਡ ਪਾੜ ਕੇ ਸਿੰਘਾਂ ਦੇ ਪੇਟ ਚਾਹ ਕੀਤੇ ਗਏ, ਢਿੱਡ ਦੀਆਂ ਅੰਦਰਾਂ ਪਾੜ ਕੇ ਇੱਦਾਂ ਸ਼ਹੀਦ ਕੀਤਾ। ਕਈ ਸਿੰਘਾਂ ਨੂੰ ਮੁਗਲੀਆਂ ਦੇ ਨਾਲ ਮਾਰ ਕੇ ਸ਼ਹੀਦ ਕੀਤਾ।
ਜਿੰਨੇ ਵੀ ਸਾਧ ਸੰਗਤ ਤਜਰਬੇ ਹੁੰਦੇ ਨੇ ਕਿਸੇ ਨੂੰ ਮਾਰਨ ਦੇ, ਉਹ ਮੁਗਲਾਂ ਨੇ ਸਾਰੇ ਹੀ ਸਿੱਖਾਂ ਦੇ ਉੱਤੇ ਅਜਮਾਏ। ਸਿੰਘਾਂ ਨੂੰ ਫੜ ਲੈਣਾ, ਗ੍ਰਿਫਤਾਰ ਕਰ ਲੈਣਾ ਤੇ ਵੱਡੀਆਂ ਵੱਡੀਆਂ ਮੂੰਗਲੀਆਂ ਜਿਹੜੀਆਂ ਸੀ ਲੈ ਕੇ ਤੇ ਸਿੰਘਾਂ ਦੇ ਸਿਰ ਤੇ ਮਾਰ ਮਾਰ ਕੇ ਸਿਰ ਫੇਂਕ ਕਈ ਸ਼ਹੀਦ ਕੀਤੇ। ਕਈ ਡੋਬੇ, ਕਈ ਘਸੀਟ ਸੁੱਟੇ, ਕਈ ਜਿੰਦਿਆਂ ਨੂੰ ਫੜ ਫੜ ਕੇ ਕਹਿੰਦੇ ਵੀ ਪਾਣੀ ਦੇ ਵਿੱਚ ਡੋਬ ਡੋਬ ਕੇ ਗੋਤੇ ਦੇ ਦੇ ਕੇ ਮਾਰਿਆ। ਕਈਆਂ ਨੂੰ ਘੋੜਿਆਂ ਦੇ, ਹਾਥੀਆਂ ਦੇ ਮਗਰਲੀਆਂ ਲੱਤਾਂ ਦੇ ਨਾਲ, ਰੱਸਿਆਂ ਦੇ ਨਾਲ ਬੰਨ੍ਹ ਕੇ, ਹਾਥੀ ਭਜਾ ਕੇ, ਘੋੜੇ ਭਜਾ ਕੇ, ਧੂ ਧੂ ਕੇ, ਘਸੀਟ ਘਸੀਟ ਕੇ ਮਾਰਿਆ। ਏਦਾਂ ਸਿੰਘਾਂ ਦੇ ਉੱਤੇ ਜ਼ੁਲਮ ਕੀਤਾ ਜ਼ਕਰੀਏ ਖਾਨ ਨੇ। ਟੰਗੇ ਬੰਦੂਕਾਂ ਦੇ ਮਾਰ, ਕਈਆਂ ਸਿੰਘਾਂ ਨੂੰ ਜਿਉਂਦਿਆਂ ਨੂੰ ਹੀ ਮਿੱਟੀ ਦੇ ਵਿੱਚ, ਧਰਤੀ ਦੇ ਵਿੱਚ ਟੋਆ ਪੁੱਟ ਕੇ ਤੇ ਉੱਤੇ ਮਿੱਟੀ ਪਾ ਕੇ ਜਿਉਂਦਿਆਂ ਹੀ ਦੱਬ ਦਿੱਤੇ। ਕਈਆਂ ਨੂੰ ਤਾਂ ਏਦਾਂ ਜਿਉਂਦਿਆਂ ਹੀ ਦੱਬ ਦਿੱਤਾ ਵੀ ਕਦੋਂ ਤੜਫ ਤੜਫ ਕੇ ਔਖੇ ਹੋ ਕੇ ਮਰਨ। ਕਈਆਂ ਨੂੰ ਗਲ ਤਿੱਕਰ ਧਰਤੀ ਦੇ ਵਿੱਚ ਦੱਬਿਆ ਤੇ ਸਿਰ ਬਾਹਰ ਰੱਖ ਲਿਆ। ਘੋੜੇ ਭਜਾ ਕੇ ਲਿਆਉਂਦੇ ਆ ਤੇ ਉਹਨਾਂ ਦੇ ਸਿਰਾਂ ਤੋਂ ਦੀ ਲਗਾਉਂਦੇ ਆ, ਘੋੜਿਆਂ ਦੇ ਪੌੜਾਂ ਦੇ ਨਾਲ ਸਿਰ ਫੇਰ ਕੇ ਸ਼ਹੀਦ ਕਰਦੇ ਨੇ। ਕਈਆਂ ਦੇ ਜਿਹੜੇ ਸਿਰ ਨੇ ਉਹਨਾਂ ਨੂੰ ਮਿੱਟੀ ਦੇ ਵਿੱਚ ਸਰੀਰ ਦੱਬ ਕੇ ਤੇ ਸਿਰ ਦੇ ਉੱਤੇ ਬਰਸ਼ਿਆਂ ਦੇ ਨਾਲ ਜਿਵੇਂ ਨੇਜੇਬਾਜ਼ੀ ਕੀਤੀ ਜਾਂਦੀ, ਕਿੱਲਾ ਪੁੱਟਿਆ ਜਾਂਦਾ ਏ, ਇਵੇਂ ਨਿਸ਼ਾਨੇ ਲਾਉਂਦੇ ਘੋੜਾ ਭਜਾ ਕੇ ਤੇ ਸਿੰਘਾਂ ਦੇ ਸਿਰ ਦੇ ਵਿੱਚ ਬਰਸ਼ੇ ਮਾਰਦੇ ਹਨ। ਕਈਆਂ ਦੇ ਬੰਦੂਕਾਂ ਦੀਆਂ ਗੋਲੀਆਂ ਮਾਰ ਕਰਕੇ ਤੇ ਸ਼ਹੀਦ ਕਰਦੇ ਨੇ ਤੇ ਕਈਆਂ ਨੂੰ ਜਿਉਂਦਿਆਂ ਨੂੰ ਫੜ ਕੇ ਰੁੱਖਾਂ ਦੇ ਨਾਲ ਟੰਗ ਕਰਕੇ ਔਖੇ ਕਰ ਕਰਕੇ ਸ਼ਹੀਦ ਕੀਤਾ, ਮਾਰਿਆ। ਮਾਰੇ ਹਜ਼ਾਰ। ਭਾਈ ਰਤਨ ਸਿੰਘ ਜੀ ਕਹਿੰਦੇ ਕੌਣ ਗਿਣ ਕੇ ਦੱਸੇ ਵੀ ਏਦਾਂ ਕਿੰਨੇ ਕੁ ਸਿੰਘ ਮਾਰੇ ਹੋਣਗੇ, ਕਿੰਨਿਆਂ ਕੁ ਤੇ ਏਦਾਂ ਤਸ਼ੱਦਦ ਕੀਤਾ ਜ਼ਕਰੀਏ ਖਾਨ ਨੇ। ਕਈ ਹਜ਼ਾਰਾਂ ਸਿੰਘ ਜਿਹੜੇ ਕੋਈ ਅੰਮ੍ਰਿਤਧਾਰੀ ਖਾੜਕੂ ਸੀ ਉਹ ਤਾਂ ਇਹਨਾਂ ਸ਼ਹੀਦ ਕੀਤੇ ਹੀ। ਘਰਾਂ ਦੇ ਵਿੱਚੋਂ ਚੁੱਕ ਚੁੱਕ ਕੇ ਲੱਭ ਲੱਭ ਕੇ ਕਈ ਹੋਰ ਲੋਕ ਜਿਹੜੇ ਆਮ ਸੀ ਉਹ ਵੀ ਮਾਰਦੇ, ਸ਼ਹੀਦ ਕਰਤੇ। ਕਈਆਂ ਸਿੰਘਾਂ ਦੀਆਂ ਬਾਹਾਂ ਬੰਨ ਕੇ, ਲੱਤਾਂ ਬੰਨ ਕੇ ਤੇ ਪੰਕਤੀਆਂ ਬਣਾ ਕੇ ਤੇ ਉਹ ਕਤਾਰਾਂ ਦੇ ਵਿੱਚ ਬਿਠਾ ਦਿੱਤਾ ਤੇ ਉਹਨਾਂ ਦੇ ਉੱਤੇ ਨਾ ਤਜਰਬੇ ਕਰਦੇ ਆ। ਸਿੰਘਾਂ ਦੀਆਂ ਬਾਹਾਂ ਵੀ ਬੰਨੀਆਂ ਨੇ, ਲੱਤਾਂ ਵੀ ਬੰਨੀਆਂ ਨੇ ਤੇ ਇੱਕ ਪੰਕਤੀ 'ਚ ਬਿਠਾਏ ਨੇ। ਤੇ ਇੱਕ ਵਾਰ ਜਿਹੜੇ ਪਠਾਨ ਆਉਂਦੇ ਨੇ, ਮੁਗਲ ਆਉਂਦੇ ਆ, ਉਹ ਕਹਿੰਦੇ ਤੂੰ ਵਾਰ ਕਰ, ਇੱਕ ਵਾਰ ਦੇ ਨਾਲ ਕਿੰਨੇ ਸਿੱਖਾਂ ਦੇ ਸਿਰ ਵੱਢਦਾ। ਕੋਈ ਆ ਕੇ ਕਹਿੰਦਾ ਮੈਂ 5 ਦੇ ਵੱਢ ਦੂੰ, ਕੋਈ ਇੰਨਿਆਂ ਦੇ। ਜਿਵੇਂ ਸਾਧ ਸੰਗਤ ਅੱਜ ਕੱਲ੍ਹ ਪੱਠੇ ਵੱਢਣ ਦੇ ਲਈ ਟੋਕਾ ਨਹੀਂ ਚੱਲਦਾ, ਇੱਦਾਂ ਸਿੰਘਾਂ ਨੂੰ ਕਤਾਰਾਂ ਦੇ ਵਿੱਚ, ਪੰਗਤਾਂ ਦੇ ਵਿੱਚ ਬਿਠਾ ਕੇ ਤੇ ਇੱਕੇ ਵਾਰ ਹੀ ਤਲਵਾਰਾਂ ਦੇ ਨਾਲ ਸਿਰ ਵੱਢਦੇ ਹਨ। ਕਿਸੇ ਹੱਥ, ਕਿਸੇ ਟੰਗ ਕਟਵਾਏ। ਕਈਆਂ ਦੀਆਂ ਕਹਿੰਦੇ ਵੀ ਲੱਤਾਂ ਵੱਢ ਦਿੱਤੀਆਂ, ਕਈਆਂ ਦੇ ਹੱਥ ਵੱਢ ਦਿੱਤੇ, ਨਕਾਰੇ ਕਰ ਦਿੱਤੇ ਵੀ ਹੁਣ ਇਹਨਾਂ ਦੀ ਸੇਵਾ ਕੌਣ ਕਰੇਗਾ। ਅੱਖ ਕੱਢ, ਕਿਸੇ ਖੱਲ ਕਢਵਾਏ। ਕਈਆਂ ਸਿੰਘਾਂ ਦੀਆਂ ਅੱਖਾਂ ਕੱਢ ਦਿੱਤੀਆਂ, ਤੇਗ ਦੀ ਨੋਕ ਮਾਰ ਕੇ ਅੱਖਾਂ ਕੱਢ ਦਿੱਤੀਆਂ ਵੀ ਹੁਣ ਕਿਵੇਂ ਤੁਰਨ ਫਿਰਨਗੇ। ਤੇ ਕਈਆਂ ਦੀਆਂ ਪੁੱਠੀਆਂ ਖੱਲਾਂ ਉਤਾਰ ਦਿੱਤੀਆਂ ਗਈਆਂ। ਜਿਵੇਂ ਭਾਈ ਜੈ ਸਿੰਘ ਖੱਲ ਕੱਟ ਹੋਏ ਨੇ ਨਾ, ਉਹਨਾਂ ਦੀ ਖੱਲ ਵੀ ਪੁੱਠਿਆਂ ਟੰਗ ਕੇ ਉਤਾਰੀ ਗਈ ਸੀ। ਇਸੇ ਤਰ੍ਹਾਂ ਹੀ ਭਾਈ ਮਨੀ ਸਿੰਘ ਜੀ ਦੇ ਨਾਲ ਗਏ ਗੁਲਜ਼ਾਰਾ ਸਿੰਘ ਜੀ, ਇਹਨਾਂ ਦੀ ਵੀ ਖੱਲ ਪੁੱਠੀ ਉਤਾਰੀ ਗਈ। ਏਦਾਂ ਸਿੰਘਾਂ ਨੂੰ ਜਿਵੇਂ ਇੱਕ ਸਾਈ ਨੇ ਬੱਕਰਾ ਨਹੀਂ ਬੰਨਿਆ ਹੁੰਦਾ ਤੇ ਉਹਦੀ ਖੱਲ ਸਾਧ ਸੰਗਤ ਜੀ ਛੁਰੀ ਦੇ ਨਾਲ ਚੀਰ ਕੇ ਲਾਉਂਦਾ ਏ, ਏਦਾਂ ਸਿੰਘਾਂ ਦੀਆਂ ਪੁੱਠੀਆਂ ਖੱਲਾਂ ਉਤਾਰੀਆਂ ਗਈਆਂ। ਗੱਲ ਕੀ ਹੈ ਵੀ ਜ਼ਕਰੀਏ ਖਾਨ ਨੇ ਹੁਕਮ ਕਰ ਦਿੱਤਾ ਵੀ ਜਿਹੜਾ ਵੀ ਮਨੁੱਖ ਕੇਸਾਂ ਧਾਰੀ ਹੋਵੇਗਾ, ਜਿਹਦੇ ਵੀ ਕੇਸ ਦਾੜੇ ਸਲਾਮਤ ਹਨ, ਬਾਲ ਬਿਰਧ ਲੱਭ ਛੱਡਿਆ ਨਾ ਕੋਈ। ਭਾਵੇਂ ਕੋਈ ਬਾਲਕ ਹੋਵੇ, ਭਾਵੇਂ ਕੋਈ ਬਿਰਧ ਹੋਵੇ, ਭਾਵੇਂ ਕੋਈ ਨੌਜਵਾਨ ਹੋਵੇ, ਉਹਨਾਂ ਨੂੰ ਲੱਭ ਲੱਭ ਕੇ ਮਾਰੋ, ਛੱਡਣਾ ਨਹੀਂ ਕਿਸੇ ਨੂੰ। ਇਹ ਨਾ ਤਰਸ ਕਰਿਓ ਵੀ ਇਹ ਬੁੱਢਾ ਹੋ ਗਿਆ 90 ਸਾਲਾਂ ਦਾ, ਇਹ ਬੱਚਾ ਇਹ 4 ਸਾਲਾਂ ਦਾ। ਕਹਿੰਦੇ ਤਰਸ ਕਿਸੇ ਤੇ ਨਹੀਂ ਕਰਨਾ, ਕੇਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਇਹ ਮਾਨੋ ਵੀ ਹੁਕਮ ਹੋ ਗਿਆ ਫੌਜ ਨੂੰ ਵੀ ਕੇਸਾਂ ਵਾਲੇ ਸਾਰੇ ਸਿੰਘ ਸ਼ਹੀਦ ਕਰ ਦੇਣੇ ਨੇ, ਭਾਵੇਂ ਉਮਰ ਵਿੱਚ ਛੋਟੇ ਵੱਡੇ ਕਿਉਂ ਨਾ ਹੋਣ। ਹੋਰ ਸਿੰਘਨ ਕਹਿ ਉਨ ਅਕ ਪਕੈ ਵਿੱਚ ਮਾਰਿਓ ਹਕੀਕਤ ਰਾਏ। ਸਾਧ ਸੰਗਤ ਜੀ ਸਿੰਘਾਂ ਨੂੰ ਤੇ ਸ਼ਹੀਦ ਕਰਦੇ ਸੀ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਏ, ਪਰ ਸਿੰਘਾਂ ਦੇ ਭਲੇਵੇਂ ਦੇ ਵਿੱਚ ਇਹਨਾਂ ਨੂੰ ਏਦਾਂ ਲਹੂ ਪੀਣ ਦੀ ਆਦਤ ਲੱਗੇ
ਵੀ ਇਹਨਾਂ ਨੇ ਕਈ ਹਿੰਦੂਆਂ ਨੂੰ ਵੀ ਫੜ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚੋਂ ਇੱਕ ਹਕੀਕਤ ਰਾਏ ਹੈ। ਹਕੀਕਤ ਰਾਏ ਇਹਨੇ ਅੰਮ੍ਰਿਤ ਨਹੀਂ ਸੀ ਛਕਿਆ, ਸਹਿਜਧਾਰੀ ਸੀ, ਪਰ ਇਹਨਾਂ ਦੇ ਹੱਥ ਲੱਗਾ ਤੇ ਇਹਨੂੰ ਵੀ ਬਸੰਤ ਪੰਚਮੀ ਦੇ ਸਮੇਂ ਹਕੀਕਤ ਰਾਏ ਨੂੰ ਵੀ ਲਾਹੌਰ ਦੇ ਵਿੱਚ ਬਹੁਤ ਸ਼ੱਦਤ ਦੇ ਕੇ ਸ਼ਹੀਦ ਕੀਤਾ ਗਿਆ। ਐਸੇ ਬੰਨਿਓ ਨਾਸਹਿਤ ਖਾਵਤ ਰੋੜ ਬਣਾਏ। ਕਹਿੰਦੇ ਵੀ ਇਹਨਾਂ ਨੂੰ ਸਿੰਘਾਂ ਦੇ ਭਲੇਵੇਂ ਹੋਰ ਲੋਕਾਂ ਨੂੰ ਮਾਰਨ ਦੀ ਵੀ ਆਦਤ ਏਦਾਂ ਬਣ ਗਈ ਵੀ ਜਿਵੇਂ ਉਦਾਹਰਨ ਦਿੰਦੇ ਆ, 10ਵੇਂ ਪਾਤਸ਼ਾਹ ਨੇ ਦਸਮ ਗ੍ਰੰਥ ਦਿੱਤੀ ਹੈ ਵੀ ਇੱਕ ਬਾਣੀਆਂ ਵੈਸ਼ਨੋ ਸੇ, ਤੇ ਇਹਨੇ ਕੀ ਕੀਤਾ ਵੀ ਕਹਿੰਦਾ ਵੀ ਆਪਾਂ ਉੱਦਾਂ ਮਾਸ ਨਹੀਂ ਖਾਣਾ, ਪਰ ਉਹ ਖਾਣ ਦਾ ਜਿਹੜਾ ਇਹ ਰਸਤੇ ਲੈ ਸਕਦੇ ਹਨ ਉਹਦੀ ਨਕਲ ਤੇ ਕਰ ਸਕਦੇ ਆ। ਇਹਨੇ ਰੋੜ ਲੈ ਕੇ ਤੇ ਇੱਕ ਤੌੜੀ ਦੇ ਵਿੱਚ ਸਿੱਟ ਕੇ ਮਿਰਚ ਮਸਾਲਾ ਹਲਦੀ ਪਾ ਕੇ ਚੰਗੀ ਤਰ੍ਹਾਂ ਤੜਕਾ ਲਾਇਆ, ਤੇ ਜਿਹੜੇ ਰੋੜ ਸੀ ਉਹਨਾਂ ਨੂੰ ਇਦਾਂ ਚੂਸੇ ਵੀ ਜਿਵੇਂ ਹੱਡ ਚੂਸੀ ਦੇ ਹਨ। ਕਹਿੰਦੇ ਵੀ ਇਸੇ ਤਰ੍ਹਾਂ ਜਿਹੜਾ ਜ਼ਕਰੀਆ ਖਾਨ ਜਿਹੜੇ ਤੁਰਕ ਨੇ, ਇਹਨਾਂ ਨੂੰ ਐਸਾ ਭੁੱਸ ਪੈ ਗਿਆ ਹੈ ਵੀ ਜੇ ਕਿਸੇ ਦਿਨ ਸਿੰਘ ਨਹੀਂ ਨਾ ਕੋਈ ਲੱਭਦਾ ਤੇ ਘਰਾਂ ਦੇ ਵਿੱਚੋਂ ਕੋਈ ਹਿੰਦੂ ਕੋਈ ਹੋਰ ਬੰਦਾ ਚੁੱਕ ਕੇ ਉਹਨੂੰ ਸਿੱਖ ਸਮਝ ਕੇ ਮਾਰ ਦਿੰਦੇ ਹਨ। ਜਗਾ ਖਾਲਸੇ ਬਹੁਤ ਦੁੱਖ ਦਿਓ। ਏਦਾਂ ਜਦੋਂ ਜ਼ਕਰੀਏ ਖਾਨ ਨੇ ਖਾਲਸੇ ਨੂੰ ਬਹੁਤ ਦੁੱਖ ਦਿੱਤਾ, ਘਰ ਦੇ ਵਿੱਚੋਂ ਚੁੱਕ ਚੁੱਕ ਕੇ ਮਾਵਾਂ ਦੇ ਪੁੱਤ ਮਾਰਨੇ ਸ਼ੁਰੂ ਕੀਤੇ, ਬਜ਼ੁਰਗਾਂ ਨੂੰ ਸ਼ਹੀਦ ਕਰਨਾ ਸ਼ੁਰੂ ਕੀਤਾ। ਚੌਵਾਂ ਕੁੰਟਾਂ ਦੇ ਵਿੱਚ ਸ਼ੋਰ ਪੈ ਗਿਆ। ਕੱਲਾ ਪੰਜਾਬ ਨਹੀਂ, ਪੰਜਾਬ ਤੋਂ ਬਾਹਰ ਵੀ ਇਹ ਹੁਕਮ ਦੇ ਤੇ ਜ਼ਕਰੀਏ ਨੇ ਵੀ ਜਿੱਥੇ ਵੀ ਕੋਈ ਸਿੱਖ ਹੈ ਉਹਦੀ ਸਾਨੂੰ ਦੱਸ ਪਾਓ, ਜਿਹੜਾ ਜਿਉਂਦੇ ਨੂੰ ਫੜਾਵੇਗਾ ਉਹਨੂੰ ਵੀ ਇਨਾਮ, ਜਿਹੜਾ ਸਿੰਘਾਂ ਦਾ ਪਤਾ ਦੱਸੇਗਾ ਉਹਨੂੰ ਵੀ ਇਨਾਮ, ਜਿਹੜਾ ਸਿੰਘ ਦਾ ਸਿਰ ਵੱਢ ਕੇ ਲਿਆਵੇਗਾ ਉਹਨੂੰ 80 ਰੁਪਏ ਇਨਾਮ। ਏਦਾਂ ਸਿੰਘਾਂ ਦੇ ਨਾਮ ਦੇ ਉੱਤੇ ਮੁੱਲ ਪੈ ਗਏ। ਜਦੋਂ ਹਾਹਾਕਾਰ ਮਚੇ, ਜ਼ੁਲਮ ਦਾ ਅੰਤ ਹੋਇਆ, ਤੇ ਜੋ ਪਰਮੇਸ਼ਰ ਦੀ ਦਰਗਾਹ ਹੈ ਨਾ ਸਾਧ ਸੰਗਤ ਜੀ, ਇਹ ਆਵਾਜ਼ ਉੱਥੋਂ ਤੀਕਰ ਗਈ ਹੈ। ਇਹ ਸੰਸਾਰ ਦੇ ਵਿੱਚ ਹੋ ਸਕਦਾ ਵੀ ਅਦਾਲਤਾਂ 'ਚ ਇਨਸਾਫ ਨਾ ਹੋਵੇ, ਪਰ ਜੋ ਪਰਮੇਸ਼ਰ ਦੀ ਸੱਚੀ ਦਰਗਾਹ ਹੈ ਉੱਥੇ ਤਾਂ ਕਹਿੰਦੇ ਵੀ ਤਿਲ ਦੇ ਵਿੱਚੋਂ ਵੀ ਮਾਸਾ ਕਢਾਇਆ ਜਾਂਦਾ ਏ, ਰੱਤੀ ਰੱਤੀ ਕਰਕੇ ਇਨਸਾਫ ਕੀਤਾ ਜਾਂਦਾ। ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸਿੱਖਾਂ ਤੇ ਹੋ ਰਹੇ ਜ਼ੁਲਮ ਦੀ ਪੁਕਾਰ ਸੁਣੀ ਗਈ। ਜਦੋਂ ਕਿਉਂਕਿ ਸਿੱਖ ਅਰਦਾਸਾਂ ਕਰਦੇ ਸੀ ਵੀ ਇਹ ਮਹਾਰਾਜ, हे ਵਾਹਿਗੁਰੂ, ਇਹ ਇੰਨਾ ਜ਼ੁਲਮ ਕਰਦੇ ਆ ਤੇ ਤੂੰ ਇਹਨਾਂ ਨੂੰ ਰਾਜ ਭਾਗ ਕਿਉਂ ਦਿੱਤੇ, ਇਹਨਾਂ ਦੇ ਰਾਜ ਕਿਉਂ ਨਹੀਂ ਖੋਹ ਲੈਂਦਾ। ਅਰਦਾਸ ਸੁਣੀ ਗਈ ਤੇ ਉਸੇ ਵੇਲੇ ਮੁਹੰਮਦ ਸਾਹਿਬ ਨੂੰ ਕਹਿੰਦੇ ਵੀ ਪਰਮੇਸ਼ਰ ਨੇ ਆਪਣੇ ਕੋਲ ਤਲਬ ਕਰ ਲਿਆ। ਪਹਿਲਾਂ ਨੇੜੇ ਬਹਿੰਦਾ ਹੁੰਦਾ ਸੀ, ਆ ਕੇ ਦਰਸ਼ਨ ਵੀ ਹੋ ਜਾਣੇ ਪਰਮੇਸ਼ਰ ਦੇ, ਪਰ ਵਾਹਿਗੁਰੂ ਦੀ ਨਾਰਾਜ਼ਗੀ ਹੋਏ। ਮੁਹੰਮਦ ਸਾਹਿਬ ਨੂੰ ਕਹਿਦਾ ਵੀ ਹੁਣ ਸਾਡੇ ਲਾਗੇ ਨਹੀਂ ਤੂੰ ਆ ਕੇ ਬੈਠਣਾ। ਉਹਦਾ ਕਾਰਨ ਕੀ ਹੈ ਵੀ ਤੇਰੀ ਉਮਤ ਹੈ, ਇਹ ਤੈਨੂੰ ਮੰਨਣ ਵਾਲੇ ਹੈ, ਤੇਰਾ ਹੁਕਮ ਮੰਨਣ ਵਾਲੇ ਲੋਕ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਹਨ। ਇਹ ਤਾਂ ਪਰਮੇਸ਼ਰ ਵੱਲੋਂ ਮੁਹੰਮਦ ਨੂੰ ਹੁਕਮ ਹੋ ਗਿਆ ਵੀ ਜਿਹੜੀ ਤੇਰੀ ਉਮਤ ਹੈ ਇਹ ਹੁਣ ਖੁਆਰ ਹੋਏਗੀ। ਇਹਨਾਂ ਜ਼ੁਲਮ ਦੀ ਇੰਤਹਾ ਕਰ ਦਿੱਤੀ ਹੈ। ਪੰਜਾਬ ਦੇ ਅੰਦਰ ਇਹਨਾਂ ਨੇ ਕਿੰਨਾ ਜ਼ੁਲਮ ਕੀਤਾ ਏ। ਹੁਣ ਤੇਰੀ ਉਮਤ ਜਿਹੜੀ ਹੈ ਭਾਰਤ ਵਰਸ਼ ਦੇ ਵਿੱਚੋਂ ਖੁਆਰ ਹੋ ਜਾਏਗੀ, ਖਤਮ ਹੋ ਜਾਏਗੀ। ਤੇ ਇਹ ਵੀ ਹੁਕਮ ਹੋ ਗਿਆ ਵੀ ਜਿੱਦਾਂ ਤੂੰ ਅੱਗੇ ਆਪਣੀ ਉਮਤ ਵਾਸਤੇ, ਆਪਣੇ ਮੁਸਲਮਾਨਾਂ ਵਾਸਤੇ ਕੋਈ ਨਾ ਕੋਈ ਨਿਆਮਤ ਲੈਣ, ਬਖਸ਼ਿਸ਼ ਲੈਣ ਸਾਡੇ ਦਰਬਾਰ ਦੇ ਵਿੱਚ ਆਉਂਦਾ ਸੀ, ਅੱਜ ਤੋਂ ਬਾਅਦ ਕਹਿੰਦੇ ਵੀ ਤੂੰ ਸਾਡੇ ਦਰਬਾਰ ਦੇ ਵਿੱਚ ਨਹੀਂ ਆਉਣਾ, ਕਿਉਂਕਿ ਤੈਨੂੰ ਮੰਨਣ ਵਾਲੇ ਨੇ ਤੇ ਤੈਨੂੰ ਮੰਨਣ ਵਾਲੇ ਹੀ ਸਿੱਖਾਂ ਦੇ ਜ਼ੁਲਮ ਕਰ ਰਹੇ ਹਨ। 12 ਸਦੀ ਤੋਂ ਪੂਰੀ ਭਈ, ਕਿਉਂਕਿ 12 ਸਦੀਆਂ ਦਾ ਹਿੰਦੁਸਤਾਨ ਦੇ ਵਿੱਚ ਰਾਜ ਸੀ, ਉਹ 12 ਸਦੀਆਂ ਹੁਣ ਤੁਹਾਡੀਆਂ ਪੂਰੀਆਂ ਹੋ ਗਈਆਂ ਨੇ। ਸਦੀ ਖਾਲਸੇ ਦੀ ਆਈ, ਹੁਣ ਪਰਮੇਸ਼ਰ ਵੱਲੋਂ ਹੁਕਮ ਹੋ ਗਿਆ ਮੁਹੰਮਦ ਸਾਹਿਬ ਨੂੰ ਵੀ ਹੁਣ ਜਿਹੜੀ ਇਹ ਸਦੀ ਹੈ, ਇਹ ਜੋ ਸਮਾਂ ਇਹ ਹਿੰਦੁਸਤਾਨ ਦੇ ਵਿੱਚ ਖਾਲਸੇ ਦਾ ਆ ਗਿਆ ਏ। ਮੈਂ ਬੁਰਾਈ ਬਹੁ ਕਰ ਲਈ, ਕਿਉਂਕਿ ਤੁਸੀਂ ਬੜਾ ਬੁਰਾ ਕੀਤਾ ਹੈ, ਬੜੇ ਸਿੱਖਾਂ ਦੇ ਨਾਲ ਜ਼ੁਲਮ ਕੀਤਾ ਹੈ, ਬਹੁਤ ਹੀ ਕਹਿੰਦੇ ਤੁਸੀਂ ਧੱਕਾ ਕਰ ਚੁੱਕੇ ਹੁਣ ਤੱਕ। ਤੇ ਲੜ ਮਰ ਜਾਓ ਪਈ, ਇਹ ਵਾਹਿਗੁਰੂ ਵੱਲੋਂ ਹੁਕਮ ਹੋ ਗਿਆ ਵੀ ਤੁਹਾਨੂੰ ਮੈਂ ਨਹੀਂ ਮਾਰਨਾ, ਤੁਸੀਂ ਆਪਸ ਦੇ ਵਿੱਚ ਹੀ ਲੜ ਲੜ ਕੇ ਮਰ ਜਾਓ, ਤੁਹਾਡਾ ਆਪਸ ਵਿੱਚ ਲੜ ਲੜ ਕੇ ਹੀ ਰਾਜ ਖਤਮ ਹੋ ਜਾਵੇ। ਜੋ ਜਬ ਹੁਕਮ ਭਇਓ
ਰੋਕਣ ਤਾਰ। ਏਦਾਂ ਕਹਿੰਦੇ ਭਾਈ ਰਤਨ ਸਿੰਘ ਵੀ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ ਹੁਕਮ ਹੋ ਗਿਆ ਵੀ ਤੁਰਕ ਆਪੇ ਲੜ ਲੜ ਕੇ ਮਰਨਗੇ ਜਦੋਂ ਵਾਹਿਗੁਰੂ ਦਾ ਹੁਕਮ ਹੋ ਗਿਆ। ਦਿੱਲੀ ਸੂਬੇ ਭਏ ਖੁਆਰ। ਬਸ ਫੇਰ ਕੀ ਆ, ਦਿੱਲੀ ਦੇ ਸੂਬੇ ਦੇ ਸਮੇਤ ਜਿੰਨੇ ਵੀ ਹਿੰਦੁਸਤਾਨ ਦੇ 22 ਸੂਬੇ ਸਨ ਸਾਰੇ ਖੁਆਰ ਹੋ ਗਏ, ਸਾਰੇ ਆਪਸ ਦੇ ਵਿੱਚ ਲੜਨ ਲੱਗ ਪਏ, ਖਹਿਬਾਜ਼ੀ ਚੱਲ ਪਏ। ਆਪਸ ਮੈਂ ਫਟ ਗਲ ਗਏ। ਆਪਸ ਦੇ ਵਿੱਚ ਕਹਿੰਦੇ ਫੁੱਟ ਪੈ ਗਈ ਤੇ ਫੁੱਟ ਦੇ ਨਾਲ ਹੀ ਇਹ 22 ਸੂਬੇ ਗਲ ਗਏ। ਜਿਹੜਾ ਲਾਹੌਰ ਵਾਲਾ ਸੂਬਾ ਸੀ ਇਹ ਪਿਸ਼ੌਰ ਵਾਲੇ ਦੀ ਗੱਲ ਨਹੀਂ ਮੰਨਦਾ, ਪਿਸ਼ੌਰ ਵਾਲਾ ਜਿਹੜਾ ਇਹ ਅੱਗੇ ਜਲੰਧਰ ਵਾਲੇ ਦੀ ਨਹੀਂ ਮੰਨਦਾ, ਜਲੰਧਰ ਵਾਲਾ ਸਰਹੰਦ ਵਾਲੇ ਦੀ ਨਹੀਂ ਮੰਨਦਾ, ਉਹ ਦਿੱਲੀ ਵਾਲੇ ਦੀ ਨਹੀਂ ਮੰਨਦਾ। ਏਦਾਂ ਕਹਿੰਦੇ ਵੀ ਆਪਸ ਵਿੱਚ ਹੀ ਇਹਨਾਂ ਦੀ ਸੂਬਿਆਂ ਦੀ ਖਹਿਬਾਜ਼ੀ ਹੋ ਗਈ। ਜਦੋਂ ਪਰਮੇਸ਼ਰ ਦਾ ਹੁਕਮ ਹੋਇਆ ਸੱਚੀ ਦਰਗਾਹ ਤੋਂ ਤੇ ਆਪਸ ਦੇ ਵਿੱਚ ਹੀ ਫੁੱਟ ਪੈ ਗਈ, ਲੜ ਲੜ ਕੇ ਗਲਣੇ ਮਰਨੇ ਸ਼ੁਰੂ ਹੋ ਗਏ। ਲਾਗਤ ਨਾਦਰ ਆਪੇ ਭਏ। ਤੇ ਆਪਸ ਦੇ ਵਿੱਚ ਲੜਦਿਆਂ ਹੋਇਆਂ ਜਦੋਂ ਲੜਾਈ ਹੋ ਜੇ ਨਾ ਭਰਾਵਾਂ ਦੇ ਤੇ ਜਦੋਂ ਗੱਲ ਬਾਹਰ ਚਲੇ ਜੇ ਫਿਰ ਵਿੱਚ ਤੀਸਰਾ ਬੰਦਾ ਜਦੋਂ ਪੈਂਦਾ ਉਦੋਂ ਕੰਮ ਹੋਰ ਖਰਾਬ ਹੁੰਦਾ। ਕਹਿੰਦੇ ਵੀ ਆਪਸ ਦੇ ਵਿੱਚ ਲੜਦਿਆਂ ਹੋਇਆ ਇਹਨਾਂ ਨੇ ਨਾਦਰ ਨੂੰ ਸੱਦ ਲਿਆ ਈਰਾਨ ਤੋਂ। ਉਹ ਕਾਬਲ ਤੀਕਰ ਤੇ ਆਇਆ ਹੋਇਆ ਸੀ ਕਰੀਬ। ਨਾਦਰ ਨੂੰ ਕਹਿੰਦੇ ਵੀ ਤੂੰ ਆ ਹੁਣ ਹਿੰਦੁਸਤਾਨ ਦੇ ਵਿੱਚ ਕੋਈ ਤੇਰੇ ਅੱਗੇ ਅੜੇਗਾ ਨਹੀਂ, ਹਿੰਦੁਸਤਾਨ ਦੇ ਉੱਤੇ ਤੂੰ ਆ ਕੇ ਕਬਜ਼ਾ ਕਰ ਲਾ। ਤਬ ਦਰਗਾਹ ਕੋ ਪੀ ਪਈ ਪਰ ਦਿੱਲੀ ਮੁਹੰਮਦ ਸ਼ਾਹੇ। ਜਦੋਂ ਪਰਮੇਸ਼ਰ ਦੀ ਦਰਗਾਹ ਦੇ ਵਿੱਚੋਂ ਮੁਹੰਮਦ ਸਾਹਿਬ ਦੀ ਉਮਤ ਦੇ ਉੱਤੇ ਕਰੋਪੀ ਹੋਈ ਹੈ, ਉਸ ਵੇਲੇ ਕਹਿੰਦੇ ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਸੀ। ਇਹ ਮੁਹੰਮਦ ਸ਼ਾਹ ਰੰਗੀਲਾ ਇਹਦੇ ਕੰਮ ਵੀ ਰੰਗੀਲਿਆਂ ਵਾਲੇ ਸੀ। ਜਦੋਂ ਨਾਦਰ ਆਇਆ ਨਾ ਲਾਹੌਰ ਤੇ ਲਾਹੌਰ ਤੋਂ ਇਹਨੇ ਚਿੱਠੀ ਲੈ ਕੇ ਭੇਜੇ ਵੀ ਤੂੰ ਤਗੜਾ ਹੋ ਜਾ, ਫੇਰ ਨਾ ਆਖੀ ਵੀ ਦੱਸਿਆ ਨਹੀਂ ਸੀ ਵੀ ਮੈਂ ਦਿੱਲੀ ਆ ਰਿਹਾ। ਤੇ ਇਹਨੇ ਉਹ ਚਿੱਠੀ ਫੜ ਕੇ ਤੇ ਕਹਿੰਦੇ ਸ਼ਰਾਬ ਦੀ ਬੋਤਲ ਦੇ ਵਿੱਚ ਪਿਆਲੇ ਦੇ ਵਿੱਚ ਪਾ ਦੀ ਕਹਿਣ ਲੱਗਾ ਵੀ ਦਿੱਲੀ ਬੜੀ ਹਜੇ ਦੂਰ ਹੈ। ਉਦੋਂ ਹੀ ਇਹ ਕਹਾਵਤ ਬਣੀ ਸੀ ਵੀ ਦਿੱਲੀ ਦੂਰ ਹੈ। ਤੇ ਇਹ ਫਿਰ ਅਵੇਸਲਾ ਹੋਇਆ ਤੇ ਆ ਕੇ ਨਾਦਰ ਨੇ ਫਿਰ ਇਹਦਾ ਜਿਵੇਂ ਹਾਲ ਕੀਤਾ ਉਹ ਅੱਗੇ ਕਥਾ ਹੋਵੇਗੀ। ਏਦਾਂ ਕਹਿੰਦੇ ਵੀ ਮੁਹੰਮਦ ਸ਼ਾਹ ਰੰਗੀਲਾ ਉਸ ਵੇਲੇ ਦਿੱਲੀ ਦੇ ਤਖਤ ਤੇ ਬੈਠਾ ਏ। ਤੁਰਕਣ ਲੜਕੇ ਮੁਕਨ ਕੋ ਭੇਜਿਓ ਨਾਦਰ ਸ਼ਾਹੇ। ਤੁਰਕਨ ਲੜ ਕੇ ਮੁਕਨ ਕੋ ਭੇਜਿਓ ਨਾਦਰ ਸ਼ਾਹੇ। ਪਰਮੇਸ਼ਰ ਦਾ ਹੀ ਹੁਕਮ ਹੋ ਗਿਆ। ਕਹਿੰਦੇ ਤੁਰਕ ਆਪਸ ਦੇ ਵਿੱਚ ਹੀ ਲੜ ਲੜ ਕੇ ਮਰਨ ਦੇ ਵਾਸਤੇ ਮਾਨੋ ਵੀ ਵਾਹਿਗੁਰੂ ਨੇ ਹੁਕਮ ਕਰਕੇ ਨਾਦਰ ਸ਼ਾਹ ਨੂੰ ਹਿੰਦੁਸਤਾਨ ਦੇ ਵਿੱਚ ਭੇਜਿਆ। ਜਬ ਨਾਦਰ ਸ਼ਾਹੇ ਪੁੱਜਿਓ ਲਾਹੌਰ। ਜਦੋਂ ਨਾਦਰ ਸ਼ਾਹ 2.5 ਲੱਖ ਫੌਜਾਂ ਲੈ ਕੇ ਆਇਆ, 2.5 ਲੱਖ ਫੌਜ ਸੀ ਇਹਦੇ ਕੋਲ ਪਠਾਣਾ ਦੇ ਤੇ 2.5 ਲੱਖ ਪਠਾਨ ਲੈ ਕੇ ਜਦੋਂ ਇਹ ਕਾਬਲ ਨੂੰ ਕੰਧਾਰ ਨੂੰ ਜਿੱਤਦਿਆਂ ਹੋਇਆਂ ਲਾਹੌਰ ਦੇ ਵਿੱਚ ਪ੍ਰਵੇਸ਼ ਕੀਤਾ। ਬਹਾਦਰ ਮਿਲ ਗਏ ਔਰ ਇਹ ਜਿਹੜਾ ਜ਼ਕਰੀਆ ਖਾਨ ਸੀ ਇਹਨੂੰ ਸੁਨੇਹਾ ਆ ਗਿਆ ਵੀ ਤੂੰ ਦੱਸ ਕਿੱਦਾਂ ਕਰਨੀ ਆ। ਤੇ ਇਹਨੇ ਕੀ ਕੀਤਾ ਵੀ ਇਹ ਅੱਗੋਂ ਆ ਕੇ ਨਾਦਰ ਸ਼ਾਹ ਨੂੰ ਮਿਲਿਆ ਵੀ ਮੈਂ ਤੇਰੇ ਵੱਲ ਦਾ ਜਿਵੇਂ ਤੂੰ ਆਖੇਗਾ। 3 ਕਰੋੜ ਸਿਰ ਰੁਪਈਓ ਚੁਕਾਈ। 3 ਕਰੋੜ ਰੁਪਈਆ ਉਸ ਵੇਲੇ ਦਾ ਸੂਬੇ ਲਾਹੌਰ ਨੇ ਚੁੱਕ ਕੇ ਤੇ ਲਿਆ ਕੇ ਨਾਦਰ ਸ਼ਾਹ ਦੇ ਅੱਗੇ ਭੇਟ ਕੀਤਾ, ਹਾਜ਼ਰ ਕੀਤਾ ਵੀ ਆ ਲਾਹੌਰ ਦਾ ਸੂਬਾ ਅੱਜ ਤੋਂ ਤੇਰਾ ਹੋਇਆ, ਮੈਂ ਤੇਰੇ ਹੁਕਮ ਦੇ ਨਾਲ ਚੱਲਾਂਗਾ, ਮੈਨੂੰ ਕੁਝ ਕਹੀ ਨਾ, ਮੇਰਾ ਸੂਬਾ ਮੇਰਾ ਇਲਾਕਾ ਨਾ ਉਜਾੜੀ ਤੇ ਜਿਵੇਂ ਤੂੰ ਕਹੇਗਾ ਮੈਂ ਉਦਾਂ ਮੰਨਾਂਗਾ। ਇਹ ਜ਼ਕਰੀਆ ਖਾਨ ਨਾਦਰ ਦੇ ਨਾਲ ਰਲ ਗਿਆ। ਦਿਲੇ ਵਧਾਈ ਭਾਈ। ਤੇ ਸਿੰਘਾਂ ਦੇ ਦਿਲ ਦੇ ਵਿੱਚ ਅੰਦਰ ਵਧਾਈਆਂ ਪੈ ਗਈਆਂ ਕਿਉਂਕਿ ਜਿਹੜੇ ਜ਼ਕਰੀਆ ਖਾਨ ਦਾ ਧਿਆਨ ਸਿੰਘਾਂ ਵੱਲ ਸੀ। ਇਹ ਨੇਤੀ ਸਿੰਘਾਂ ਨੂੰ ਇਕੱਠੇ ਕਰ ਕਰਕੇ ਨਖਾਸ ਚੌਂਕ ਦੇ ਵਿੱਚ ਸ਼ਹੀਦ ਕਰ ਰਿਹਾ ਸੀ। ਸਿੰਘਾਂ ਦੇ ਸਿਰਾਂ ਦੇ ਗੰਜ ਉਸਾਰੇ ਜਾ ਰਹੇ ਸੀ। ਗੰਜ ਹੁੰਦਾ ਹੈ ਸਾਧ ਸੰਗਤ ਜੀ ਵੱਡਾ ਢੇਰ ਲਾਉਣਾ, ਜਿੱਡਾ ਉੱਚਾ ਬਾਂਸ ਹੁੰਦਾ ਹੈ ਨਾ, ਇੰਨੇ ਉੱਚੇ ਢੇਰ ਸਿੰਘਾਂ ਦੇ ਸਿਰਾਂ ਦੇ ਨਿੱਤ ਲਾਏ ਜਾ ਰਹੇ ਸੀ। ਹੁਣ ਜਦੋਂ ਉਧਰੋਂ ਨਾਦਰ ਆ ਗਿਆ ਤੇ ਇਹਨਾਂ ਦਾ ਧਿਆਨ ਨਾਦਰ ਵੱਲ ਹੋ ਗਿਆ ਤੇ ਸਿੰਘਾਂ ਦੇ ਦਿਲ ਦੇ ਵਿੱਚ ਵਧਾਈਆਂ ਵੱਜ ਗਈਆਂ। ਖਾਲਸਾ ਖੁਸ਼ ਹੋ ਗਿਆ, ਕਹਿੰਦੇ ਵੀ ਇਹ ਲਾਹੌਰ ਵਾਲੇ ਸਾਨੂੰ ਨਹੀਂ ਸੀ ਦਿੰਦੇ ਕੁਝ ਵੀ ਹੁਣ ਚਲੋ ਨਾਦਰ ਇਹਨਾਂ ਕੋਲ ਲਏਗਾ ਤੇ ਅਸੀਂ ਆਪੇ ਹੀ ਉਹਦੇ ਵਿੱਚੋਂ ਆਪਣਾ ਹਿੱਸਾ ਵੰਡਾ ਲਿਆ ਕਰਾਂਗੇ। ਔਰ ਜਗਤ ਮੈਂ ਪਰ ਗਏ ਸ਼ੌਰ। ਨਾਦਰ ਦੇ ਆਉਣ ਦੇ ਨਾਲ ਸਾਰੇ ਹਿੰਦੁਸਤਾਨ 'ਚ ਰੌਲਾ ਪੈ ਗਿਆ ਵੀ ਲਾਹੌਰ ਦੇ ਉੱਤੇ ਨਾਦਰ ਦਾ ਕਬਜ਼ਾ ਹੋ ਗਿਆ ਏ। ਲਾਹੌਰ ਦਾ ਸੂਬਾ ਜ਼ਕਰੀਆ ਨਾਦਰ ਦੇ ਨਾਲ ਰਲ ਗਿਆ ਏ। ਲਾਗੇ ਸਿੰਘ
ਕਰਨ ਫਿਰ ਦੌਰ। ਬਸ ਫੇਰ ਕੀ ਹੈ, ਕਹਿੰਦੇ ਵੀ ਸਿੰਘ ਜਿਹੜੇ ਜੰਗਲਾਂ ਬੇਲਿਆਂ ਦੇ ਵਿੱਚ ਲੁਕੇ ਸੀ ਇਹ ਸਾਰੇ ਬਾਹਰ ਆ ਗਏ। ਸਿੰਘ ਪਹਿਲਾਂ ਦੀ ਤਰ੍ਹਾਂ ਹੀ ਕਹਿੰਦੇ ਵੀ ਇੱਧਰ ਉੱਧਰ ਹੋ ਕੇ ਇਹਦੇ ਹੱਲੇ ਕਰਨੇ ਸ਼ੁਰੂ ਕਰ ਦਿੱਤੇ ਜਦੋਂ ਨਾਦਰ ਆਇਆ, ਕਿਉਂਕਿ ਨਾਦਰ ਤੇ ਅਹਿਮਦ ਦੇ ਆਉਣ ਦੇ ਨਾਲ ਸਿੰਘਾਂ ਦੀਆਂ ਸ਼ਹੀਦੀਆਂ ਵੀ ਬੜੀਆਂ ਹੋਈਆਂ। ਪਰ ਸਾਧ ਸੰਗਤ ਨਾਦਰ ਤੇ ਅਹਿਮਦ ਦੇ ਆਉਣ ਦੇ ਨਾਲ ਸਿੰਘਾਂ ਦਾ ਰਾਹ ਵੀ ਪੱਧਰਾ ਹੋ ਗਿਆ, ਕਿਉਂਕਿ ਪਹਿਲਾਂ ਦਿੱਲੀ ਵਾਲੇ ਤੇ ਲਾਹੌਰ ਵਾਲੇ ਇਹ ਸਿੰਘਾਂ ਦੇ ਮਗਰ ਪਏ ਰਹਿੰਦੇ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਦਰ ਆਇਆ, ਇਹਨਾਂ ਕੀ ਕੀਤਾ ਵੀ ਮੁਗਲਾਂ ਦੀ ਤਾਕਤ ਬਿਲਕੁਲ ਮਲੀਆ ਮੇਟ ਕਰ ਦਿੱਤੀ, ਮਰਹੱਡਿਆਂ ਦੀ ਵੀ ਤਾਕਤ ਖਤਮ ਕਰ ਦਿੱਤੀ ਤੇ ਸਿੰਘਾਂ ਨੂੰ ਰਾਜ ਕਰਨਾ ਸੌਖਾ ਹੋਇਆ। ਭਾਵੇਂ ਕਿ ਸਿੰਘ ਇਹਨਾਂ ਦੇ ਵੇਲੇ ਸ਼ਹੀਦ ਬਹੁਤ ਹੋਏ, ਪਰ ਮੁਗਲਾਂ ਦੀ ਤਾਕਤ ਬਿਲਕੁਲ ਨਾਦਰ ਨੇ ਤੇ ਅਹਿਮਦ ਨੇ ਖਤਮ ਕਰਤੀ। ਜਿਸ ਕਰਕੇ ਕਹਿੰਦੇ ਵੀ ਸਿੰਘ ਜਿਹੜੇ ਸੀ ਨਾ ਇਹ ਫੇਰ ਹੁਣ ਇੱਧਰ ਉੱਧਰ ਘੋੜੇ ਕੱਢੇ ਆ ਤੇ ਬਾਹਰ ਨਿਕਲ ਆਏ। ਕਾਬਲ ਤੇ ਜੋ ਆਵੇ ਸਾਥ, ਇਹ ਚੱਕਰਵਰਤੀ ਹੋ ਕੇ ਗੇੜੇ ਮਾਰਦੇ ਆ। ਨਾਦਰ ਆਇਆ ਜਦੋਂ, ਤੇ ਜਦੋਂ ਨਾਦਰ ਪੰਜਾਬ ਚ ਆਇਆ ਸਿੰਘਾਂ ਨੇ ਰਾਹ ਦੇ ਦਿੱਤਾ। ਕਹਿੰਦੇ ਜਾਂਦੇ ਨੂੰ ਕੀ ਕਹਿਣਾ, ਆਪਾਂ ਜਾਣਦੇ ਇਹਨੂੰ, ਜਦੋਂ ਆਊਗਾ ਫੇਰ ਵੇਖਾਂਗੇ। ਜਾਂਦੇ ਨੂੰ ਖਾਲਸੇ ਨੇ ਪੰਜਾਬ ਚੋਂ ਰਾਹ ਦੇ ਦਿੱਤਾ। ਤੇ ਹੁਣ ਮਗਰੋਂ ਇਹਦੇ ਹੋਰ ਜਥੇ ਆਉਂਦੇ ਆ, ਹੋਰ ਕਾਫਲੇ ਆਉਂਦੇ ਆ, ਕਾਬਲ ਵੱਲੋਂ ਆਉਂਦੇ ਆ, ਕਿਉਂਕਿ ਰਾਜੇ ਦੇ ਬਾਦਸ਼ਾਹ ਦੇ ਵਾਸਤੇ, ਨਾਦਰ ਦੇ ਵਾਸਤੇ ਕਈ ਤਰ੍ਹਾਂ ਦੀਆਂ ਇਹ ਲੈ ਕੇ ਆਉਂਦੇ ਆ ਖੁਰਾਕਾਂ, ਉਧਰ ਦੇ ਮੇਵੇ, ਮਾਇਆ ਆਉਂਦੀ ਹੈ ਫੌਜ ਦਾ ਖਰਚਾ ਚਲਾਉਣ ਦੇ ਲਈ, ਕਿਉਂਕਿ ਅਜੇ ਲੁੱਟਣਾ ਹੈ ਅੱਗੇ ਹਿੰਦੁਸਤਾਨ ਨੂੰ। ਤੇ ਜਿਹੜਾ ਕੋਈ ਰਾਹ ਦੇ ਵਿੱਚੋਂ ਆਉਂਦਾ ਏ ਤੇ ਸਿੰਘ ਕੀ ਕਰਦੇ, ਹੱਲਾ ਮਾਰ ਕੇ ਉਹਨੂੰ ਲੁੱਟ ਲੈਂਦੇ ਹਨ। ਸਿੰਘ ਮਿਲ ਮਾਰੇ ਹੱਥ, ਆ ਸਿੰਘ ਆਪਸ ਦੇ ਵਿੱਚ ਮਿਲ ਕੇ ਤੇ ਆਪਣਾ ਹੱਥ ਖੋਲਦੇ ਆ। ਊਠ ਲੱਦਿਆਂ ਦੇ ਲੱਦੇ, ਗੱਡੇ ਲੱਦਿਆਂ ਦੇ ਲੱਦੇ ਹੀ ਖਾਲਸਾ ਲੈ ਜਾਂਦਾ ਏ। ਤਬੇ ਖਾਲਸੇ ਦੌਲਤ ਖੋਸਾ ਖਾਇ ਸਰਬੱਤ। ਜਦੋਂ ਨਾਦਰ ਆਇਆ ਚੜ ਕੇ ਹਿੰਦੁਸਤਾਨ ਤੇ, ਕਹਿੰਦੇ ਖਾਲਸੇ ਪੰਥ ਦਾ ਫਿਰ ਦਾ ਲੱਗ ਗਿਆ। ਵੇਖਦੇ ਆ ਵੀ ਜਦੋਂ ਕੋਈ ਸਰਕਾਰ ਦਾ ਕਾਫਲਾ ਇਕੱਲਾ ਦਕੱਲਾ ਹੋ ਰਿਹਾ ਥੋੜੀ ਫੌਜ ਦੇ ਨਾਲ ਤੇ ਹੱਲਾ ਕਰਦੇ ਆ, ਤੇ ਤੁਰਕਾਂ ਦੇ ਕੋਲੋਂ, ਮੁਗਲ ਪਠਾਨਾਂ ਦੇ ਕੋਲੋਂ ਖੋਹ ਕੇ ਸਾਰਾ ਕੁਝ ਹੀ ਸਿੰਘ ਲੈ ਜਾਂਦੇ ਹਨ। ਕਾਬਲ ਆਉ ਕੰਧਾਰ ਕੋ ਲਾਹੌਰ ਦਿੱਲੀ ਅਲਬਤ। ਕਹਿੰਦੇ ਵੀ ਬਿਨਾਂ ਕਿਸੇ ਸ਼ੱਕ ਤੋਂ ਨਿਰਸੰਦੇਹ ਕੋਈ ਸ਼ੱਕ ਹੀ ਨਹੀਂ ਹੈ ਸਿੰਘਾਂ ਦੇ ਅੰਦਰ, ਜਿਹੜਾ ਕਾਬਲ ਕੰਧਾਰ ਤੋਂ ਲਾਹੌਰ ਵੱਲ ਨੂੰ ਆਉਂਦਾ ਏ ਜਾਂ ਜਿਹੜਾ ਲਾਹੌਰ ਤੋਂ ਦਿੱਲੀ ਵੱਲ ਨੂੰ ਜਾਂਦਾ ਹੈ। ਕਿਉਂਕਿ ਰਾਵੀ ਤੇ ਚਨਾਬ ਦੇ ਲਾਗੇ ਲਾਗੇ ਤਾਂ ਸਿੰਘ ਰਹਿੰਦੇ ਸੀ ਇੱਥੇ ਜੰਗਲਾਂ ਦੀ ਝੱਲਾਂ ਦੇ ਵਿੱਚ। ਤੇ ਜਿਹੜਾ ਕੋਈ ਕਾਬਲ ਤੋਂ ਕੰਧਾਰ ਵੱਲ ਜਾਂਦਾ ਏ ਉਹਨੂੰ ਵੀ ਲੁੱਟ ਲੈਂਦੇ ਆ, ਜਿਹੜਾ ਕੰਧਾਰ ਤੋਂ ਲਾਹੌਰ ਵੱਲ ਜਾਂਦਾ ਉਹਨੂੰ ਲੁੱਟ ਲੈਂਦੇ ਆ, ਤੇ ਜਿਹੜਾ ਲਾਹੌਰ ਤੋਂ ਦਿੱਲੀ ਵੱਲ ਨੂੰ ਜਾਂਦਾ ਹੈ ਸਰਕਾਰ ਦਾ ਕੋਈ ਕਾਫਲਾ ਤੇ ਸਿੰਘ ਹੱਲਾ ਕਰਕੇ ਰਾਤ ਬਰਾਤੇ ਜਾਂ ਦਿਨ ਦਿਹਾੜੇ ਉਹਨੂੰ ਵੀ ਲੁੱਟ ਕੇ ਗਾਂਹ ਜਾਂਦੇ ਨੇ। ਜੋ ਦਿੱਲੀੋਂ ਵੱਲ ਤੁਰਿਆ ਕੰਧਾਰ, ਤੇ ਜੇ ਕੋਈ ਕਹਿੰਦੇ ਵੀ ਦਿੱਲੀ ਵੱਲੋਂ ਕੰਧਾਰ ਵੱਲ ਨੂੰ ਤੁਰਦਾ ਹੈ, ਕਿਉਂਕਿ ਬੜਾ ਖਜ਼ਾਨਾ ਲੁੱਟਿਆ ਨਾ ਉਹਨੇ ਨਾਦਰ ਨੇ, ਤੇ ਨਾਲੋਂ ਨਾਲ ਕੁਝ ਮਾਇਆ ਇਹ ਭੇਜਦਾ ਰਹਿੰਦਾ ਸੀ ਵੀ ਲਈ ਜਾਓ ਉਧਰ ਨੂੰ ਈਰਾਨ ਇਰਾਕ ਵੱਲ ਨੂੰ। ਤੇ ਜਿਹੜਾ ਕੋਈ ਦਿੱਲੀ ਵੱਲੋਂ ਕੰਧਾਰ ਵਾਲੇ ਪਾਸੇ ਨੂੰ ਜਾਂਦਾ ਏ, ਸਿੰਘ ਕਹਿੰਦੇ ਵੀ ਮਿਲ ਕੇ ਸਾਰੇ ਤੇ ਉਹ ਦਿੱਲੀ ਤੋਂ ਕੰਧਾਰ ਵੱਲ ਜਾਂਦਾ ਹੋਇਆ ਜਿਹੜਾ ਸਰਕਾਰੀ ਖਜ਼ਾਨਾ ਉਹਨੂੰ ਲੁੱਟ ਲੈਂਦੇ ਹਨ। ਇਹਦਾ ਕਹਿੰਦੇ ਖਾਲਸੇ ਦਾ ਚੰਗਾ ਗੁਜ਼ਾਰਾ ਹੋ ਗਿਆ, ਨਹੀਂ ਤੇ ਵਿੱਚੋਂ ਜੇ ਕੁਝ ਸਮਾਂ ਬੜਾ ਔਖਾ ਆ ਗਿਆ ਸੀ ਜ਼ਕਰੀਏ ਦੇ ਸਮੇਂ, ਤੇ ਜਦੋਂ ਹੁਣ ਨਾਦਰ ਦਾ ਸਮਾਂ ਆਇਆ ਉਹ ਆਪਣਾ ਖਜ਼ਾਨਾ ਲੁੱਟ ਕੇ ਘੱਲਦਾ ਹੈ ਤੇ ਸਿੰਘ ਉਹਦੇ ਵਿੱਚੋਂ ਆਪਣਾ ਹਿੱਸਾ ਲੈ ਲੈਂਦੇ ਆ। ਖਾਲਸੇ ਦਾ ਸੌਖਾ ਸਮਾਂ ਆ ਗਿਆ। ਕਹਿੰਦੇ ਵੀ ਜਿੰਨਾ ਵੀ ਸਿੰਘ ਕਰ ਸਕਦੇ ਸੀ ਇਹਨਾਂ ਦਾ ਚੰਗਾ ਇਹਨਾਂ ਨੇ ਉਦਮ ਕਰਕੇ ਤੇ ਤੁਰਕਾਂ ਨੂੰ ਤੇ ਪਠਾਨਾਂ ਨੂੰ ਮੁਗਲਾਂ ਨੂੰ ਰੱਜ ਕੇ ਲੁੱਟਿਆ ਤੇ ਐਨ ਨਜ਼ਾਰੇ ਆਨੰਦ ਲਿਆ ਖਾਲਸੇ ਨੇ। ਜੇ ਕਿਤੇ ਨਗਦੀ ਮਾਇਆ ਮਿਲੀ ਆ ਉਹ ਵੀ ਸਿੰਘਾਂ ਨੇ ਖੋਹ ਲਈ। ਜੇ ਕੋਈ ਚੰਗਾ ਘੋੜਾ ਵੇਖਿਆ ਘੋੜਾ ਖੋਹ ਲਿਆ। ਜੋ ਵੀ ਚੰਗਾ ਚੰਗਾ ਮਾਲ ਸੀ ਨਾਦਰ ਲੁੱਟ ਕੇ ਤੇ ਭੇਜ ਰਿਹਾ ਹੈ ਆਪਣੇ ਇਲਾਕੇ ਨੂੰ, ਤੇ ਸਿੰਘ ਰਾਹ ਦੇ ਵਿੱਚ ਹੱਲਾ ਕਰਕੇ ਤੇ ਨਾਦਰ ਦਾ ਹੀ ਕਾਫਲਾ ਲੁੱਟ ਲੈਂਦੇ ਹਨ। ਜਿਹੜੇ ਗੁਰੂ ਕਲਗੀਧਰ ਮਹਾਰਾਜ ਦੇ ਪਿਆਰੇ ਸਿੰਘ ਹੈ ਕਹਿੰਦੇ ਦੇਰ ਨਹੀਂ ਲਾਉਂਦੇ, ਡਰਦੇ ਨਹੀਂ ਹੈ, ਤੇ ਝੱਟ ਹੀ ਆਉਂਦੇ ਆ ਤੇ ਆ ਕੇ ਸਰਕਾਰ ਦੀ ਮਾਇਆ ਸਰਕਾਰ ਦਾ ਖਜ਼ਾਨਾ ਲੁੱਟ ਲੈਂਦੇ ਨੇ। ਤੇ ਸਿੰਘ ਕਹਿੰਦੇ ਹੈ ਆਪਸ ਦੇ ਵਿੱਚ, ਕਹਿੰਦੇ ਜਿਹੜਾ ਇਹ ਨਾਦਰ ਆਇਆ ਹੈ ਨਾ ਇਹ ਸਾਡੇ ਕਰਕੇ ਆਇਆ ਹੈ। ਪਰਮੇਸ਼ਰ ਨੇ ਗੁਰੂ ਸਾਹਿਬ ਜੀ ਨੇ
ਇਹ ਸਾਡੇ ਵਾਸਤੇ ਹੀ ਘੱਲਿਆ ਏ। ਤੁਰਕਣ ਸੋ ਲੜ ਤੁਰਕ ਖਪਾਇਓ। ਕਿਉਂਕਿ ਜਿਹੜੇ ਤੁਰਕ ਹੈ ਮੁਸਲਮਾਨ ਹੈ, ਇਹ ਮੁਸਲਮਾਨਾਂ ਦੇ ਨਾਲ ਹੀ ਲੜ ਕੇ ਤੇ ਮੁੱਕ ਜਾਣਗੇ। ਸਾਡੇ ਵਾਸਤੇ ਹੀ ਨਾਦਰ ਆਇਆ ਏ। ਇਹ ਤੁਰਕ ਆਪਸ ਦੇ ਵਿੱਚ ਮੁਗਲ ਤੇ ਪਠਾਨ ਲੜ ਲੜ ਕੇ ਮੁਸਲਮਾਨ ਖਤਮ ਹੋ ਜਾਣਗੇ। ਨਾਚ ਦੋਏ ਧਿਰ ਕੋ ਆਇਓ। ਇਦਾਂ ਜਿੱਥੇ ਖਾਲਸਾ ਜੁੜਦਾ ਹੈ ਆਪਸ ਦੇ ਵਿੱਚ, ਇਦਾਂ ਸਲਾਹਾਂ ਕਰਦੇ, ਗੁਰਮਤਾ ਕਰਦੇ, ਕਹਿੰਦੇ ਖਾਲਸਾ ਜੀ ਹੁਣ ਤੁਸੀਂ ਤਗੜੇ ਹੋ ਜਾਓ। ਇਹਨਾਂ ਮੁਗਲਾਂ ਦਾ ਤੇ ਪਠਾਨਾਂ ਦਾ ਇਥੋਂ ਰਾਜ ਭਾਗ ਦਾ ਅੰਤ ਦਾ ਸਮਾਂ ਆ ਗਿਆ, ਨਾਸ ਹੋਣ ਦਾ ਸਮਾਂ ਨੇੜੇ ਆ ਗਿਆ ਏ। ਖਾਲਸੇ ਵਾਧੋ ਵਧਾਇਓ। ਇਹ ਪਰਮੇਸ਼ਰ ਨੇ ਜਿਹੜੀ ਵਿਉਂਤ ਰਚੀ ਹੈ, ਖਾਲਸੇ ਪੰਥ ਦਾ ਵਾਧਾ ਹੋਵੇਗਾ। ਵਾਹਿਗੁਰੂ ਦੀ ਕਿਰਪਾ ਦੇ ਨਾਲ ਪੰਥ ਦੀ ਗਿਣਤੀ ਹੁਣ ਵਧੇਗੀ ਅਤੇ ਇਹਨਾਂ ਤੁਰਕਾਂ ਦੀ ਗਿਣਤੀ ਘਟ ਜਾਏਗੀ। ਆਪਸ ਵਿੱਚ ਮੁਸਲੇ ਲੜ ਲੜ ਕੇ ਮਰਨਗੇ। ਕੰਟਨ ਤੇ ਕੰਟੇ ਤੇ ਕਰ। ਕਹਿੰਦੇ ਵੀ ਜਦੋਂ ਕਿਤੇ ਪੈਰ ਦੇ ਵਿੱਚ ਰਾਹ ਜਾਂਦੇ ਆ, ਕੰਡਾ ਵੱਜ ਜੇ ਤੇ ਮੌਕੇ ਦੇ ਉੱਤੇ ਕੋਈ ਸੂਈ ਪਿੰਨ ਨਾ ਹੋਵੇ ਤੇ ਕੰਡੇ ਨੂੰ ਸਿਆਣੇ ਜਿਹੜੇ ਆ ਕੰਡੇ ਦੇ ਨਾਲ ਹੀ ਕੱਢ ਲੈਂਦੇ ਨੇ ਨਾ। ਕੰਡਾ ਖੁੱਬਿਆ ਹੋਵੇ ਪੈਰ ਦੇ ਵਿੱਚ ਤੇ ਉਹਨੂੰ ਦੂਜਾ ਕੰਡਾ ਲੈ ਕੇ ਜਿਵੇਂ ਕੱਢ ਲਈਦਾ ਹੈ। ਉਹ ਕੰਟਾ ਫਿਰ ਦੀਜਤ ਡਰ। ਤੇ ਕਹਿੰਦੇ ਵੀ ਜਿਹੜੇ ਕੰਡੇ ਦੇ ਨਾਲ ਪੈਰ 'ਚ ਖੁੱਬਿਆ ਕੰਡਾ ਕੱਢੀਦਾ ਹੈ ਨਾ, ਫਿਰ ਸਿਆਣੇ ਕੀ ਕਰਦੇ ਆ ਵੀ ਉਹਨੂੰ ਤੋੜ ਕੇ ਤੇ ਇੱਕ ਪਾਸੇ ਸੁੱਟ ਦਿੰਦੇ ਆ ਵੀ ਫਿਰ ਇਹ ਕਿਸੇ ਹੋਰ ਦੇ ਪੈਰ 'ਚ ਨਾ ਵੱਜੇ। ਤੇ ਸਿੰਘ ਕਹਿੰਦੇ ਆ ਖਾਲਸੇ ਦੇ ਪੈਰਾਂ ਦੇ ਵਿੱਚ ਕਿਹੜਾ ਕੰਡਾ ਚੁਭਿਆ ਹੈ? ਇਹ ਜਿਹੜਾ ਜ਼ਕਰੀਆ ਖਾਨ ਹੈ, ਜਿਹੜੇ ਲਾਹੌਰ ਤੇ ਦਿੱਲੀ ਵਾਲੇ ਮੁਗਲ ਨੇ ਨਾ, ਇਹ ਮੰਨੋ ਵੀ ਖਾਲਸੇ ਨੂੰ ਕੰਡਾ ਚੁਭਿਆ ਹੈ, ਕਿਉਂਕਿ ਇਹੀ ਦੁੱਖ ਦੇ ਰਹੇ ਸਨ। ਹੁਣ ਇਹ ਕੰਡਾ ਕੱਢਣ ਦੇ ਵਾਸਤੇ ਜਿਹੜਾ ਨਾਦਰ ਸ਼ਾਹ ਆਇਆ, ਇਹ ਦੂਜਾ ਕੰਡਾ ਹੈ। ਤੇ ਸਿੰਘ ਕਹਿੰਦੇ ਆਪਾਂ ਇਹਦੇ ਨਾਲ ਰਲ ਰੁਲ ਕੇ ਤੇ ਇਹ ਜਿਹੜਾ ਕੰਡਾ ਹੈ ਜ਼ਕਰੀਏ ਖਾਨ ਵਾਲਾ, ਇਹਨਾਂ ਮੁਗਲਾਂ ਵਾਲਾ, ਉਹ ਆਪਾਂ ਕੱਢ ਦਿਆਂਗੇ। ਤੇ ਜਦੋਂ ਉਹ ਕੰਡਾ ਨਿਕਲ ਗਿਆ ਤੇ ਫਿਰ ਨਾਦਰ ਵਾਲਾ ਕੰਡਾ ਵੀ ਕਹਿੰਦੇ ਤੋੜ ਦਿਆਂਗੇ, ਇਹਨੂੰ ਵੀ ਨਾਸ਼ ਕਰ ਦਿਆਂਗੇ। ਸਿੰਘ ਅਬ ਸਮੋ ਸੋ ਆਇਆ। ਕਿਉਂਕਿ ਸਿੰਘ ਕਹਿੰਦੇ ਆ ਵੀ ਹੁਣ ਉਹ ਸਮਾਂ ਆ ਗਿਆ ਹੈ। ਉਹ ਸਤਿਗੁਰ ਜੋ ਬਚਨ ਅਲਾਇਆ। ਜਿਹੜਾ ਬਚਨ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਦੀ ਧਰਤੀ ਤੇ ਕੀਤਾ ਸੀ। ਜਿੱਦਣ ਭਾਈ ਦਇਆ ਸਿੰਘ ਨੇ ਬੇਨਤੀ ਕੀਤੀ, ਇਹ ਮਹਾਰਾਜ ਤੁਸੀਂ ਰੋਜ਼ ਕਹਿੰਦੇ ਹੋ ਵੀ ਨਾਰਾ ਲਾਇਆ ਕਰੋ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਏ, ਪਰ ਸਤਿਗੁਰੂ ਜੀ ਇਹਨਾਂ ਮੁਗਲਾਂ ਦੀ ਤੇ ਗਿਣਤੀ ਬੜੀ ਹੈ। ਇਹਨਾਂ ਕੋ ਹਜ਼ਾਰਾਂ ਕਿਲੇ ਨੇ, ਚੰਗੀਆਂ ਚੰਗੀਆਂ ਫੌਜਾਂ ਨੇ। ਸਾਡੇ ਕੋ ਕੋਈ ਕਿਲਾ ਵੀ ਨਹੀਂ ਹੈ, ਸ਼ਸਤਰ ਵੀ ਬਹੁਤੇ ਨਹੀਂ ਹੈ, ਗਿਣਤੀ ਵੀ ਸਾਡੀ ਬਹੁਤੀ ਨਹੀਂ ਹੈ। ਤੇ ਫੇਰ ਦੱਸੋ ਵੀ ਇਹ ਮੁਗਲ ਖਤਮ ਕਿਵੇਂ ਹੋਣਗੇ? ਜੇ ਇਹ ਮਹਾਰਾਜ ਖਤਮ ਨਹੀਂ ਹੋਣਗੇ, ਸਾਡਾ ਰਾਜ ਕਿਵੇਂ ਆਏਗਾ? ਤੇ ਉਦੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਜੀ ਨੇ ਇਹ ਬਚਨ ਕਿਹਾ ਸੀ ਮੁਖ ਤੋਂ। ਕਾਬਲ ਤੇ ਇੱਕ ਕੁੱਤਾ ਮੰਗਾਓ। ਮਹਾਰਾਜ ਜੀ ਕਹਿੰਦੇ ਸੀ ਦਇਆ ਸਿੰਘ ਜੀ, ਇਹਨਾਂ ਮੁਗਲਾਂ ਨੂੰ ਖਤਮ ਕਰਨ ਦੇ ਲਈ ਮੈਂ ਕਾਬਲ ਤੋਂ ਇੱਕ ਕੁੱਤਾ ਮੰਗਾਉਂਗਾ। ਨਾਦਰ ਨੂੰ ਕੁੱਤਾ ਹੀ ਕਹਿੰਦੇ ਹੁੰਦੇ ਸਨ ਸਿੰਘ। ਕਹਿੰਦੇ ਵੀ ਜਿਹੜਾ ਕਾਬਲ ਵਾਲੇ ਪਾਸਿਓਂ, ਲਹਿੰਦੇ ਵਾਲੇ ਪਾਸਿਓਂ ਮੈਂ ਇੱਕ ਕੁੱਤਾ ਮੰਗਾਵਾਂਗਾ। ਇਨਕਾ ਉਨਤੇ ਨਾਸ਼ ਕਰਾਓ। ਤੇ ਇਹ ਜਿਹੜੇ ਮੁਗਲ ਹੈ, ਇਹਨਾਂ ਮੁਗਲਾਂ ਦਾ ਉਸ ਕੁੱਤੇ ਦੇ ਕੋਲੋਂ, ਉਸ ਨਾਦਰ ਦੇ ਕੋਲੋਂ ਮੈਂ ਨਾਸ਼ ਕਰਾ ਦਿਆਂਗਾ। ਦੱਖਣ ਤੇ ਲਿਆਓ ਫੌਜ। ਪਹਿਲਾਂ ਦੇ ਕਹਿੰਦੇ ਵੀ ਉਹ ਨਾਦਰ ਆਏਗਾ ਤੇ ਨਾਦਰ ਜਿਹੜਾ ਇਹਨਾਂ ਦਾ ਲੱਕ ਤੋੜੇਗਾ। ਫੇਰ ਮਹਾਰਾਜ ਜੀ ਕਹਿੰਦੇ ਮੈਂ ਦੱਖਣ ਵੱਲੋਂ ਫੌਜ ਲਿਆਵਾਂਗਾ, ਪਾ ਮਰਹੱਟਿਆਂ ਦੀ। ਜਦੋਂ ਨਾਦਰ ਚਲੇ ਗਿਆ ਸੀ ਤੇ 2.5 ਲੱਖ ਦੀ ਗਿਣਤੀ ਦੇ ਵਿੱਚ ਮਰਹੱਟੇ ਵੀ ਦਿੱਲੀ ਆਏ ਤੇ ਇਹਨਾਂ ਨੇ ਵੀ ਹਮਲੇ ਕਰ ਕਰਕੇ ਤੇ ਦਿੱਲੀ ਵਾਲਿਆਂ ਦਾ ਰਾਜ ਜਿਹੜਾ ਸੀ ਲਗਭਗ ਖਤਮ ਕਰਤਾ। ਇਹ ਭਵਿੱਖ ਦੇ ਬਚਨ ਹੋਏ ਸੀ। ਸਿੰਘ ਕਹਿੰਦੇ ਮਹਾਰਾਜ ਨੇ ਕਿਹਾ ਸੀ ਵੀ ਦੱਖਣ ਤੋਂ ਵੀ ਮੈਂ ਫੌਜ ਮੰਗਾਵਾਂਗਾ। ਲੜ ਕਰ ਇੱਕ ਉਨ ਮਿਟੈ ਜੋ ਫੌਜ। ਤਾਂ ਇਸ ਤਰ੍ਹਾਂ ਇਹਨਾਂ ਦੇ ਨਾਲ ਲੜਾ ਕੇ ਤੇ ਮੁਗਲਾਂ ਦਾ ਰਾਜ ਭਾਗ ਨਸ਼ਟ ਕਰ ਦਿਆਂਗਾ। ਇਹਨਾਂ ਦੇ ਰਾਜ ਦਾ ਖੁਰਾ ਖੋਜ ਨਹੀਂ ਲੱਭੇਗਾ ਹਿੰਦੁਸਤਾਨ ਵਿੱਚ। ਫੇਰ ਖਾਲਸੋ ਭੂਰੋ ਮੰਗਾਓ। ਤੇ ਭਵਿੱਖ ਦੇ ਬਚਨ ਕੀਤੇ ਸਨ ਨਾ ਮਹਾਰਾਜ ਨੇ। ਸਾਹਿਬ ਕਹਿੰਦੇ ਵੀ ਫੇਰ ਮੈਂ ਭੂਰੇ ਰੰਗ ਵਾਲੇ ਮੰਗਾਉਂਗਾ, ਭਾਵ ਵੀ ਅੰਗਰੇਜ਼ ਆਉਣਗੇ ਫੇਰ ਰਹਿੰਦੀ ਖੁੰਦੀ ਜਿਹੜੀ ਕਸਰ ਹੈ ਉਹ ਇਹਨਾਂ ਦੀ ਕੱਢ ਦੇਣਗੇ। ਉਹ ਖਾਲਸਾ ਮੇਲ ਕਰਾਓ। ਅੰਗਰੇਜ਼ਾਂ ਦੀ ਤੇ ਖਾਲਸੇ ਦੀ ਅਸੀਂ ਸੰਧੀ ਕਰਾ ਦੇਾਂਗੇ। ਦਿੱਲੀ ਉੱਤੇ ਅੰਗਰੇਜ਼ ਬਹਿ ਜਾਣਗੇ ਤੇ ਲਾਹੌਰ ਦੇ ਤਖਤ ਤੇ ਮੇਰਾ ਖਾਲਸਾ ਬਵੇਗਾ। ਫਿਰ ਇਹਨਾਂ ਦੀ ਆਪਸ ਦੇ ਵਿੱਚ ਸੰਧੀ ਹੋ ਜਾਵੇਗੀ। ਆਪਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋਈ। ਫਿਰ ਸਤਲੁਜ ਦਰਿਆ ਤੋਂ ਅੱਗੇ ਅੰਗਰੇਜ਼ ਕਹਿੰਦੇ ਸੀ ਅਸੀਂ ਨਹੀਂ ਆਵਾਂਗੇ ਤੇ ਖਾਲਸੇ ਨੂੰ ਕਹਿੰਦੇ ਵੀ ਤੁਸੀਂ ਵੀ ਦਿੱਲੀ ਵੱਲ ਨੂੰ ਨਾ ਆਇਓ। ਇਹ ਭਵਿੱਖਤ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਹਿਲਾਂ ਹੀ ਕੀਤੇ ਸੀ। ਹੁਣ ਜਦੋਂ ਨਾਦਰ ਆਇਆ ਤੇ ਸਿੰਘ ਆਪਸ ਵਿੱਚ ਕਹਿ ਰਹੇ ਨੇ ਵੀ ਮਹਾਰਾਜ ਜੀ ਨੇ ਕਿਹਾ ਸੀ ਵੀ ਮੈਂ ਕੁੱਤਾ ਮੰਗਾਉਂਗਾ ਇੱਕ, ਫਿਰ ਦੱਖਣ ਵਾਲੇ ਮੰਗਾਉਂਗਾ,
ਫਿਰ ਭੂਰੇ ਰੰਗ ਵਾਲੇ ਅੰਗਰੇਜ਼ ਮੰਗਾਉਂਗਾ ਤੇ ਖਾਲਸੇ ਨੂੰ ਲਾਹੌਰ ਤਖਤ ਤੇ ਬਿਠਾ ਦਿਆਂਗਾ। ਦਿੱਲੀ ਲਾਹੌਰ ਕੇ ਤਖਤ ਪਟਾਓ, ਏਦਾਂ ਦਿੱਲੀ ਦੇ ਲਾਹੌਰ ਦੇ ਤਖਤ ਇਹਨਾਂ ਦੇ ਕੋਲੋਂ ਮੈਂ ਨਾਸ਼ ਕਰਾ ਦਿਆਂਗਾ। ਹਾਥੋਂ ਧਾਰਨ ਧੂੜ ਮਿਲਾਓ, ਇਹ ਵੀ ਮਹਾਰਾਜ ਨੇ ਕਿਹਾ ਸੀ ਜਿਹੜੀਆਂ 22 ਧਾਰ ਦੀਆਂ ਇਹ 7 ਧਾਰਾਂ ਨੇ ਇਹ ਧੂੜ ਦੇ ਵਿੱਚ ਮਿਲਾਵਾਂਗਾ। ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਇਹਨੇ ਗੁਰੂ ਪੰਥ ਖਾਲਸੇ ਦੀ ਸਹਾਇਤਾ ਦੇ ਨਾਲ ਪਹਾੜੀਆਂ ਨੂੰ ਤਾਂ ਬਿਲਕੁਲ ਐਨ ਜ਼ੀਰੋ ਕਰਕੇ ਰੱਖ ਦਿੱਤਾ। ਉਹ ਵਜਨ ਪੂਰਾ ਹੋ ਗਿਆ ਉਦੋਂ ਹੀ। ਆਈ ਸੂਬੇ ਦੇਉ ਤੋੜ, ਤੇ ਫਿਰ ਇਹ ਵੀ ਸਿੰਘੋ ਮਹਾਰਾਜ ਜੀ ਨੇ ਕਿਹਾ ਸੀ ਵੀ ਜਿਹੜੇ 22 ਸੂਬੇ ਨੇ ਹਿੰਦੁਸਤਾਨ ਦੇ ਇਹਨਾਂ ਨੂੰ ਮੈਂ ਤੋੜ ਦਿਆਂਗਾ, ਬਿਲਕੁਲ ਇਹਨਾਂ ਨੂੰ ਖਤਮ ਕਰ ਦਿਆਂਗਾ। ਵਜ਼ੀਰ ਪਤਸ਼ਾਹਣ ਦੇਉ ਫੋੜ, ਆ ਜਿਹੜੇ ਵਜ਼ੀਰ ਹੈ ਇਹਨਾਂ ਦੇ ਕੋਲੋਂ ਹੀ ਕਹਿੰਦੇ ਪਾਤਸ਼ਾਹ ਜਿਹੜੇ ਹੈ ਖਤਮ ਕਰਾ ਦਿਆਂਗਾ। ਵਜ਼ੀਰਾਂ ਦੇ ਕੋਲੋਂ ਹੀ ਕਹਿੰਦੇ ਵੀ ਪਾਤਸ਼ਾਹ ਮਰਵਾ ਦਿਆਂਗਾ ਮੈਂ। ਤੁਰਕ ਨਗਾਰੋ ਭਜਨ ਹਟਾਓ, ਤੇ ਜਿਹੜਾ ਤੁਰਕਾਂ ਦਾ ਨਗਾਰਾ ਵੱਜ ਰਿਹਾ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਗਏ ਮੈਂ ਤੁਰਕਾਂ ਦਾ ਨਗਾਰਾ ਜਿਹੜਾ ਵੱਜਣੋਂ ਹਟਾ ਦੂੰਗਾ। ਸਾਧ ਸੰਗਤ ਜੀ ਜਦੋਂ ਪਹਿਲੀ ਵਾਰ ਰਣਜੀਤ ਨਗਾਰਾ ਵੱਜਿਆ ਤੇ ਪਹਾੜੀਏ ਬੜੇ ਕਲਪੇ। ਇਹਨਾਂ ਚਿੱਠੀ ਵੀ ਲਿਖ ਕੇ ਭੇਜੀ ਵੀ ਮਹਾਰਾਜ ਰਿਆਸਤ ਸਾਡੀ ਹੈ, ਨਗਾਰਾ ਸਿਰਫ ਅਸੀਂ ਵਜਾ ਸਕਦੇ ਹਾਂ। ਦਿੱਲੀ ਤੀਕਰ ਗੱਲ ਗਈ ਤੇ ਉੱਥੋਂ ਵੀ ਗੱਲ ਆਈ ਵੀ ਰਾਜ ਸਾਡਾ ਏ ਤੇ ਜਿਹਦਾ ਰਾਜ ਹੋਵੇ ਨਗਾਰਾ ਉਹਦਾ ਹੀ ਵੱਜਦਾ ਹੈ। ਤੁਸੀਂ ਅੱਜ ਤੋਂ ਗਾ ਨਗਾਰਾ ਨਾ ਵਜਾਇਓ। ਤੇ ਮਹਾਰਾਜ ਨੇ ਪਹਾੜੀਆਂ ਨੂੰ ਵੀ ਤੇ ਔਰੰਗਜ਼ੇਬ ਨੂੰ ਉੱਤਰ ਦਿੱਤਾ ਸੀ, ਕਹਿੰਦੇ ਨਗਾਰੇ ਤੇ ਹੁਣ ਵੱਜਣਗੇ ਹੀ ਸਾਡੇ, ਤੁਹਾਡੇ ਨਗਾਰੇ ਤੇ ਲੱਭਣੇ ਨਹੀਂ ਹੈ। ਕਹਿੰਦੇ ਤੁਹਾਡਾ ਨਗਾਰ ਬੰਦ ਪਾਉਣ ਵਾਲਾ, ਨਗਾਰਾ ਕੱਸਣ ਵਾਲਾ ਘੋੜੇ ਤੇ ਨਹੀਂ ਕੋਈ ਵੱਜੇਗਾ, ਨਗਾਰਾ ਵਜਾਉਣ ਵਾਲਾ ਕੋਈ ਵੱਜੇਗਾ ਨਹੀਂ। ਖਾਲਸੇ ਦੇ ਨਗਾਰੇ ਕਹਿੰਦੇ ਵੱਜਣਗੇ ਹੁਣ ਇਸ ਦੇਸ਼ ਅੰਦਰ। ਤੇ ਸਾਧ ਸੰਗਤ ਜੀ ਉਹ ਭਜਨ ਸੱਚ ਵੀ ਹੈ, ਨਾ ਪਹਾੜੀਆਂ ਦਾ ਕੋਈ ਨਗਾਰਾ ਵੱਜਦਾ ਹੈ ਤੇ ਨਾ ਤੁਰਕਾਂ ਦਾ। ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦੇ ਨਾਲ ਦਲਾਂ ਪੰਥਾਂ ਦੇ ਗੁਰੂ ਘਰਾਂ ਦੇ ਵਿੱਚ ਖਾਲਸੇ ਦੇ ਨਗਾਰੇ ਵੱਜਦੇ ਨੇ ਅੱਜ ਵੀ। ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ 1-2 ਵਜੇ ਸਭ ਤੋਂ ਪਹਿਲਾਂ ਨਗਾਰੇ ਦੇ ਚੋਬਾਂ ਲਾਈਆਂ ਜਾਂਦੀਆਂ ਨੇ। ਤੇ ਜਿਹੜਾ ਨਗਾਰਾ ਵਜਾਉਣਾ ਇਹ ਆਜ਼ਾਦ ਹਸਤੀ ਦੀ ਨਿਸ਼ਾਨੀ ਹੈ ਵੀ ਇੱਥੇ ਮੇਰਾ ਨਗਾਰਾ ਵੱਜ ਰਿਹਾ ਏ ਤੇ ਅਸੀਂ ਆਜ਼ਾਦ ਹੈ। ਤੇ ਜਿੱਥੇ ਮਹਾਰਾਜ ਜੀ ਦਾ ਡੰਕਾ ਬਾਜੇ ਫਤਿਹ ਕਾ, ਜਿੱਥੇ ਮਹਾਰਾਜ ਜੀ ਦੀ ਫਤਿਹ ਦਾ ਡੰਕਾ ਵੱਜ ਰਿਹਾ ਏ ਇਹ ਸਮਝ ਲਓ ਵੀ ਗੁਰੂ ਨਾਨਕ ਸਾਹਿਬ ਜੀ ਦਾ ਆਜ਼ਾਦ ਰਾਜ ਹੈ, ਇਹ ਹਰੇਮੀ ਰਾਜ ਏ। ਤੇ ਸਿੰਘ ਆਪਸ ਵਿੱਚ ਕਹਿੰਦੇ ਨੇ ਵੀ ਕਲਗੀਧਰ ਨੇ ਕਿਹਾ ਸੀ ਵੀ ਨਗਾਰਾ ਜਿਹੜਾ ਹੈ ਉਹ ਕੇਵਲ ਖਾਲਸੇ ਦਾ ਵੱਜੇਗਾ, ਤੁਰਕਾਂ ਦੇ ਨਗਾਰੇ ਬੰਦ ਕਰਾ ਦਿਆਂਗਾ। ਅਕਾਲ ਅਕਾਲ ਕੋ ਜਾਪ ਜਪਾਂ, ਤੇ ਅਕਾਲ ਹੀ ਅਕਾਲ, ਗੁਰਮੁਰੇ ਅਕਾਲ ਇਹੀ ਜਾਪ ਹੋਵੇਗਾ। ਕਿਤੇ ਜੈ ਵਾਲੀ ਦਾ ਨਾਰਾ ਨਹੀਂ ਹੋਵੇਗਾ। ਜਿੱਥੇ ਵੀ ਗੱਲ ਚੱਲੇਗੀ ਸਤਿ ਸ੍ਰੀ ਅਕਾਲ, ਗੁਰਮੁਰੇ ਅਕਾਲ ਦੇ ਜਕਾਰਿਆਂ ਨਾਲ ਹਿੰਦੁਸਤਾਨ ਗੂੰਜੇਗਾ। ਉਹ ਸਮੋ ਅਬ ਆਇਓ ਜਾਨੋ, ਤੇ ਸਿੰਘ ਕਹਿੰਦੇ ਖਾਲਸਾ ਜੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਵਿੱਖ ਦਾ ਵਚਨ ਕੀਤਾ ਸੀ ਨਾ ਵੀ ਕਾਬਲ ਤੋਂ ਕੁੱਤਾ ਮੰਗਾਉਂਗਾ, ਕਹਿੰਦੇ ਨਾਦਰ ਆ ਗਿਆ ਜੇ। ਤੇ ਹੁਣ ਖਾਲਸੇ ਦੇ ਭਲੇ ਵਾਸਤੇ ਮਹਾਰਾਜ ਦੇ ਵਚਨ ਸੱਚ ਹੋਣ ਲੱਗ ਪਏ ਐ। ਨਗਾਰੇ ਤੁਹਾਡੇ ਵੱਜਣੇ ਐ, ਨਾ ਤੁਰਕਾਂ ਦੇ ਨਗਾਰੇ ਮੂਧੇ ਵੱਜ ਜਾਣੇ ਹਨ। ਤੋ ਖਾਓ ਜੋ ਮਨ ਮਾਨੋ, ਹੁਣ ਕਹਿੰਦੇ ਵੀ ਇਕੱਠੇ ਹੋ ਕੇ ਰਿਓ, ਇਹ ਨਾ ਹੋਵੇ ਵੀ ਵੱਖੋ ਵੱਖਰੇ ਸਾਰੇ ਹੋ ਜਿਓ। ਕਹਿੰਦੇ ਸਾਰੇ ਰਲ ਮਿਲ ਕੇ ਇਹਨਾਂ ਤੁਰਕਾਂ ਨੂੰ ਵੀ, ਇਹ ਜਿਹੜੇ ਆਏ ਆ ਕੰਧਾਰ ਕਾਬਲ ਵਾਲੇ ਇਹਨਾਂ ਨੂੰ ਵੀ ਲੁੱਟੀਏ ਤੇ ਜਿਹੜੇ ਮੁਗਲ ਆ ਇਹਨਾਂ ਨੂੰ ਵੀ ਲੁੱਟ ਕੇ ਕਹਿੰਦੇ ਵੀ ਮਨ ਭਾਉਂਦੇ ਆਨੰਦ ਮਾਣੋ ਹੁਣ। ਹੋਰ ਸਿੰਘਨ ਮੈਨੇ ਬਾਬ ਜੋ ਕਪੂਰ ਸਿੰਘ ਜੀ ਨਾਮ। ਅੱਜ ਜਦੋਂ ਨਾਦਰ ਚੜ ਕੇ ਆਇਆ ਹੈ ਤੇ ਉਹ ਸਵੇਰੇ ਜਿੰਨੇ ਵੀ ਸਿੰਘ ਨੇ, ਬੁੱਢਾ ਦਲ ਹੈ ਭਾਵੇਂ ਤਰਨੇ ਦਲ ਦੇ ਜਥੇ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਜੋ ਨਵਾਬ ਕਪੂਰ ਸਿੰਘ ਜੀ ਜਿਨ੍ਹਾਂ ਦਾ ਨਾਮ ਹੈ ਜਥੇਦਾਰ ਨੇ। ਸਿੰਘਨ ਸੋ ਤਿਨ ਕਹੀ ਬਨੂ ਸਿੰਘਨ ਬਟਕਾਮ, ਸਾਰੇ ਸਿੰਘ ਸਾਰੇ ਦਲਾਂ ਵਾਲੇ ਸਰਦਾਰ ਨਵਾਬ ਕਪੂਰ ਸਿੰਘ ਦਾ ਬੜਾ ਜਥੇਦਾਰ ਦਾ ਆਦਰ ਕਰਦੇ ਸੀ। ਤੇ ਕਪੂਰ ਸਿੰਘ ਜੀ ਕਹਿਣ ਲੱਗੇ ਖਾਲਸਾ ਜੀ ਇਕੱਠੇ ਰਹੋ ਸਾਰੇ, ਕਿਉਂਕਿ ਜੇ ਇਕੱਠੇ ਰਹੋਗੇ ਹੁਣ ਤੁਹਾਡਾ ਕੰਮ ਬਣ ਜਾਏਗਾ। ਇਹ ਕੰਡੇ ਨਾਲ ਕੰਡਾ ਕੱਢ ਕੇ ਤੇ ਆਪਾਂ ਆਪਣਾ ਰਾਜ ਕਾਇਮ ਕਰਾਂਗੇ। ਹੋਰ ਸਿੰਘ ਸਭ ਜਾਉ ਕਹੇ ਸਿੰਘਨ ਸਬਨ ਸੁਨਾਏ। ਜਦੋਂ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਵੀ ਰਲ ਮਿਲ ਕੇ ਰਹੋ, ਤਗੜੇ ਹੋ ਕੇ ਲਾ ਮਾਰਿਓ, ਤੇ ਸਾਰੇ ਸਿੰਘਾਂ ਨੇ ਸਿਰ ਝੁਕਾ ਕੇ 7 ਵਚਨ ਕਹਿ ਕੇ ਵਚਨ ਮੰਨ ਲਿਆ। ਸਤ ਸਭ ਕਹਿ ਉਠੇ ਪੁੰਨਸ ਕਰ ਸਿਰ ਨਿਆਏ। ਕਹਿੰਦੇ ਸਿਰ ਨਵਾਇਆ ਏ ਸਾਰਿਆਂ ਨੇ ਕਿਹਾ ਬਾਬਾ ਜੀ ਜਥੇਦਾਰ ਜੀ 7 ਵਚਨ ਜਿਵੇਂ ਤੁਸੀਂ ਕਹੋਗੇ। ਹੁਣ ਅੱਜ ਵਾਂਗੂ ਨਹੀਂ ਹੈ ਵੀ ਸਾਡੀ ਕੋਈ ਗੱਲ ਹੋਵੇ 4 ਐਣੂ ਹੋ ਜਾਂਦੇ 10 ਐਣੂ ਹੋ ਜਾਂਦੇ ਆ।
ਨਵਾਬ ਕਪੂਰ ਸਿੰਘ ਜੀ ਨੇ ਕਹਿ ਦਿੱਤਾ ਇਕੱਠੇ ਹੋ ਕੇ ਰਿਓ, ਇਹਨਾਂ ਨੂੰ ਆਪਾਂ ਲੁੱਟਣਾ ਹੈ ਤੁਰਕਾਂ ਨੂੰ। ਤੇ ਸਿੰਘਾਂ ਨੇ ਸਿਰ ਝੁਕਾ ਕੇ 7 ਵਚਨ ਕਹਿ ਕੇ ਮੰਨ ਲਿਆ। ਆਓ ਭਈ ਦਿੱਲੀ ਲੂਟ ਕਹਾਣੋ ਕੰਦੀਆਂ। ਇੱਧਰ ਤੇ ਕਹਿੰਦੇ ਸਿੰਘ ਤਿਆਰੀਆਂ ਕਰਕੇ ਤੇ ਤੁਰਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਉਧਰ ਦਿੱਲੀ ਦੇ ਵਿੱਚ ਜਾ ਕੇ ਜਿਹੜੀ ਨਾਦਰ ਨੇ ਲੁੱਟ ਮਚਾਈ ਹੈ, ਜਿੰਨਾ ਕਹਿੰਦੇ ਇਹਨੇ ਮਾਲ ਧਨ ਲੁੱਟਿਆ, ਭਾਈ ਰਤਨ ਸਿੰਘ ਜੀ ਕਹਿੰਦੇ ਵੀ ਉਹਦੀ ਗਿਣਤੀ ਕਿੱਥੋਂ ਤਾਈਂ ਕਰੀਏ, ਉਹਦਾ ਤੇ ਕੋਈ ਅੰਤ ਸ਼ੁਮਾਰ ਹੀ ਨਹੀਂ ਆਉਂਦਾ। ਪਦਮ ਰੁਪਈਏ ਲੈ ਗਏ ਸੁਣੀਏ। ਗੱਲ ਕੀ ਹੈ ਵੀ ਇਹ ਸੁਣਨ ਵਿੱਚ ਆਉਂਦਾ ਏ ਵੀ ਪਦਮ ਰੁਪਈਏ ਲੈ ਗਿਆ ਉਹ, ਜਿਵੇਂ ਅੱਜ ਕੱਲ ਬਿਲੀਅਨ ਟ੍ਰਿਲੀਅਨ ਹੁੰਦਾ ਨਾ, ਪਹਿਲਾਂ ਜਿਵੇਂ ਅਰਬ ਖਰਬ ਨੀਲ ਪਦਮ ਇਹ ਗਿਣਤੀ ਹੁੰਦੀ ਸੀ। ਤੇ ਕਹਿੰਦੇ ਵੀ ਕਰੋੜਾਂ ਹੀ ਅਰਬ ਰੁਪਈਆ ਹੋਵੇ ਨਾ, ਕਈ ਕਰੋੜਾਂ ਅਰਬਾਂ ਰੁਪਈਏ ਨੂੰ ਪਦਮ ਕਹਿੰਦੇ ਹਨ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਨਾਦਰ ਆਇਆ ਹਿੰਦੁਸਤਾਨ ਨੂੰ ਲੁੱਟਣ, ਦਿੱਲੀ ਨੂੰ ਲੁੱਟਣ, ਤੇ ਕਹਿੰਦੇ ਵੀ ਪਦਮ ਅਰਬਾਂ ਰੁਪਈਆ ਉਸ ਵੇਲੇ ਦਾ, ਅਰਬ ਰੁਪਈਏ ਦਾ ਮੁੱਲ ਤੇ ਅੱਜ ਵੀ ਬਹੁਤ ਹੈ, ਪਰ ਉਹਨਾਂ ਸਮਿਆਂ ਦੇ ਵਿੱਚ ਪਦਮਾਂ ਦੇ ਪਦਮ ਅਰਬਾਂ ਕਰੋੜਾਂ ਰੁਪਈਆ ਲੁੱਟ ਕੇ ਲੈ ਗਿਆ। ਗੱਲ ਕੀ ਆ ਵੀ ਹਿੰਦੁਸਤਾਨ ਦੇ ਵਿੱਚ ਜਿਹੜੇ ਚੰਗੇ ਚੰਗੇ ਤੋਹਫੇ ਸਨ, ਜਿਹੜੇ ਰਾਜਿਆਂ ਦੇ ਕੋਲ, ਜਿਹੜੇ ਬਾਦਸ਼ਾਹ ਦੇ ਕੋਲ, ਸੂਬਿਆਂ ਦੇ ਕੋਲ ਚੰਗੀਆਂ ਚੰਗੀਆਂ ਅਮੋਲਕ ਵਸਤੂਆਂ ਪਈਆਂ ਸਨ। ਆ ਜਿਹੜੇ 22 ਸੂਬੇ ਸੀ ਹਿੰਦੁਸਤਾਨ ਦੇ, ਜਿੱਥੇ ਜਿੱਥੇ ਵੀ ਕੋਈ ਚੰਗੀ ਚੀਜ਼, ਕੀਮਤੀ ਚੀਜ਼, ਅਮੋਲਕ ਚੀਜ਼ ਸਾਂਭ ਕੇ ਰੱਖੀ ਹੋਈ ਸੀ, ਸਾਰਾ ਕੁਝ ਹੀ ਲੁੱਟ ਕੇ ਲੈ ਗਿਆ। ਗੱਲ ਕੀ ਆ ਵੀ ਉਸ ਵੇਲੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਬਹਿਣ ਵਾਸਤੇ ਜਿਹੜਾ ਤਖਤ ਬਣਿਆ ਸੀ ਨਾ, 9 ਕਰੋੜ ਰੁਪਈਆ ਉਸ ਵੇਲੇ ਦਾ ਲੱਗਾ ਸੀ। ਅੱਜ ਦਾ 9 ਕਰੋੜ ਤੇ 300 ਸਾਲ ਪਹਿਲਾਂ ਦਾ 9 ਕਰੋੜ, ਉਹਦੇ ਵਿੱਚ ਕਿੰਨਾ ਫਰਕ ਹੋਏਗਾ। ਤੇ ਤਖਤ ਤੌਸੀ ਕਹਿੰਦੇ ਆ ਮੋਰ ਨੂੰ, ਮੋਰ ਵਰਗਾ ਜਿਹਦਾ ਸਾਰਾ ਆਕਾਰ ਬਣਾਇਆ ਗਿਆ ਸੀ, ਜਿਹੜੇ ਤਖਤ ਦੇ ਉੱਤੇ ਹਿੰਦੁਸਤਾਨ ਦਾ ਬਾਦਸ਼ਾਹ ਬਹਿੰਦਾ ਹੁੰਦਾ ਸੀ, ਉਹ ਤਖਤ ਤੇ ਤੌਸ ਜਿਹੜਾ 9 ਕਰੋੜ ਦਾ, ਇਹ ਵੀ ਲੁੱਟ ਕਰਕੇ ਦੇ ਕਾਬਲ ਕੰਧਾਰ ਨੂੰ ਲੈ ਗਿਆ। ਇਹ ਤਾਂ ਕਹਿੰਦੇ ਸਮਾਂ ਪਾ ਕੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਉੱਥੋਂ ਲੈ ਕੇ ਆਏ ਤੇ ਉਹਦੇ ਤੇ ਲਾਹੌਰ ਬਹਿੰਦੇ ਰਹੇ। ਤੇ ਜਦੋਂ ਮਹਾਰਾਜਾ ਸਾਹਿਬ ਚੜ੍ਹਾਈ ਕਰ ਗਏ ਤੇ ਅੰਗਰੇਜ਼ ਫਿਰ ਜਾਂਦਿਆਂ ਹੋਇਆਂ ਉਹ ਲੈ ਗਏ ਸਨ, ਉਹਨੂੰ ਨਾਦਰ ਦਿੱਲੀ ਤੋਂ ਲੁੱਟ ਕੇ ਲੈ ਕੇ ਗਿਆ। 9 ਕਰੋੜ ਕਈ ਤਰ੍ਹਾਂ ਦੇ ਕੀਮਤੀ ਨਗ ਉਹਦੇ ਵਿੱਚ ਲੱਗੇ, 9 ਕਰੋੜ ਦਾ ਮੁੱਲ ਹੈ। ਸਾਧ ਸੰਗਤ ਜੀ, ਇੱਕ ਤੇ ਸੋਨਾ ਇਹ ਜਿਹੜਾ ਆਪਾਂ ਅੱਜ ਕੱਲ ਆਮ ਵੇਖਦੇ ਆ, ਕਹਿ ਦਿੰਦੇ ਵੀ ਇਹ 20 ਕੈਰਟ ਹੈ, 22 ਕੈਰਟ ਹੈ, 24 ਕੈਰਟ ਹੈ। ਇੱਕ ਉਹਨਾਂ ਸਮਿਆਂ ਦੇ ਵਿੱਚ ਦੱਸਦੇ ਵੀ ਸੋਨਾ ਹੁੰਦਾ ਸੀ, ਉਹਦੇ ਵਿੱਚੋਂ ਸੁਗੰਧੀ ਆਉਂਦੀ ਸੀ, ਤੇ ਉਹ ਸੋਨਾ ਕੇਵਲ ਮੁਗਲਾਂ ਦੇ ਕੋਲ ਸੀ, ਹੋਰ ਕਿਸੇ ਦੇ ਕੋਲ ਨਹੀਂ ਸੀ। ਸੋਨਾ ਸੁਗੰਧੀ 100 ਦੋਏ ਤੋਲੇ ਹੋਊ, ਕਹਿੰਦੇ ਵੀ 200 ਤੋਲੇ ਸੁਗੰਧੀ ਵਾਲਾ ਸੋਨਾ ਸੀ। ਇਹ ਵੀ ਨਾਦਰ ਨੇ ਦਿੱਲੀ ਦੇ ਵਿੱਚੋਂ ਲੁੱਟ ਲਿਆ। ਇੱਕ ਹੀਰਾ ਥਾ ਪੰਡਵਨ ਵਾਲੋ, ਤੇ ਇੱਕ ਪਾਂਡਵਾਂ ਦੇ ਸਮੇਂ ਦਾ ਹੀਰਾ ਸੀ, ਜਿਹਨੂੰ ਕੋਹਿਨੂਰ ਹੀਰਾ ਕਹਿੰਦੇ ਆ। ਇਹ ਪਾਂਡਵਾਂ ਨੇ ਕੈਰਵਾਂ ਦੇ ਕੋਲੋਂ ਜਿੱਤਿਆ ਸੀ। ਪਾਂਡਵਾਂ ਦੇ ਕੋਲੋਂ ਅੱਗੇ ਰਾਜਪੂਤਾਂ ਨੇ ਜਾਇਆ ਤੇ 3500 ਸਾਲ ਕਹਿੰਦੇ ਵੀ ਰਾਜਪੂਤਾਂ ਕੋ ਰਿਹਾ। ਫਿਰ ਮੁਹੰਮਦ ਗੋਰੀ ਲੈ ਗਿਆ, ਉਹਦੇ ਕੋਲੋਂ ਇਹ ਮੁਗਲਾਂ ਦੇ ਕੋਲ ਆਇਆ। ਮੁਗਲਾਂ ਦੇ ਕੋਲੋਂ ਇਹ ਨਾਦਰ ਲੁੱਟ ਕੇ ਲੈ ਗਿਆ। ਉਹ ਤੋਂ ਨਾਦਰ ਤੋਂ ਬਾਅਦ ਅਹਿਮਦ ਸ਼ਾਹ ਦੇ ਕੋਲ ਆਇਆ। ਅਹਿਮਦ ਸ਼ਾਹ ਤੋਂ ਬਾਅਦ ਉਹਦੇ ਪੋਤਰੇ ਕੋ ਆਇਆ ਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਥਾ ਟੇਕਦਾ, ਡਰਦੇ ਨੇ, ਕੋਹਿਨੂਰ ਹੀਰਾ। ਤੇ ਉਹੀ ਕੋਹਿਨੂਰ ਹੀਰਾ ਜਦੋਂ ਮਹਾਰਾਜਾ ਸਾਹਿਬ ਕੋ 50 ਸਾਲ ਰਿਹਾ ਤੇ ਜਦੋਂ ਚੜ੍ਹਾਈ ਕਰ ਗਏ ਤੇ ਜਾਂਦੇ ਹੋਏ ਅੰਗਰੇਜ਼ ਲੰਡਨ ਲੈ ਗਏ। ਜਦੋਂ ਲੰਡਨ ਲੈ ਗਏ ਤੇ ਜਿਹੜੀ ਮਹਾਰਾਣੀ ਸੀ ਉਹਨੂੰ ਕਿਸੇ ਨੇ ਕਹਿ ਦਿੱਤਾ ਵੀ ਇਹ ਕੋਹਿਨੂਰ ਹੀਰਾ ਜਿਹਦੇ ਕੋ ਜਾਂਦਾ ਉਹਦਾ ਰਾਜ ਨਹੀਂ ਰਹਿੰਦਾ। ਉਹਨੇ ਉਹਦੇ ਫਿਰ ਸਾਧ ਸੰਗਤ ਜੀ ਟੁਕੜੇ ਕਰਾ ਦਿੱਤੇ ਸੀ, 4 ਟੋਟੇ ਕਰ ਦਿੱਤੇ। ਸੋ ਇਸ ਤਰ੍ਹਾਂ ਉਹ ਜਿਹੜਾ ਕੋਹਿਨੂਰ ਹੀਰਾ ਹੈ, ਕਹਿੰਦੇ ਵੀ ਇਹ ਵੀ ਨਾਦਰ ਸ਼ਾਹ ਦਿੱਲੀ ਦੇ ਵਿੱਚੋਂ ਲੁੱਟ ਕੇ ਲੈ ਗਿਆ। ਇੱਕ ਤਾਂ ਇਹ ਕੋਹਿਨੂਰ ਹੀਰਾ ਸੀ ਤੇ ਇੱਕ ਮੁਗਲੇ ਆਜਮ ਹੀਰਾ ਸੀ। ਉਹ ਕਹਿੰਦੇ ਬੜਾ ਕੀਮਤੀ ਸੀ, ਉਹ ਵੀ ਲਾਲ ਰੰਗ ਸੀ, ਜਿਵੇਂ ਹੀਰੇ ਪੰਨੇ ਸਬਜੇ ਪੁਰਖਰਾਜ, ਇਹ 9 ਰਤਨ ਨੇ, ਕੀਮਤੀ ਵਸਤੂਆਂ ਹੁੰਦੀਆਂ ਨੇ। ਤੇ ਜਿਹੜਾ ਇੱਕ ਦੂਸਰਾ ਕੀਮਤੀ ਲਾਲ ਸੀ, ਉਹਦੇ ਬਾਰੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਮੈਂ ਸੁਣਿਆ ਹੈ ਵੀ ਜਿਹੜਾ ਮੁਗਲੇ ਆਜਮ ਹੀਰਾ ਸੀ ਨਾ, ਜਿਹੜਾ ਲਾਲ ਸੀ ਇਹਨਾਂ ਦੇ ਕੋਲੋਂ, ਮੁਗਲਾਂ ਦੇ ਕੋਲੋਂ, ਇਹਦੇ ਵਿੱਚ ਇਹ ਖਾਸੀਅਤ ਸੀ ਵੀ ਰਾਤ ਦੇ ਸਮੇਂ ਇਹ ਕੋਹਿਨੂਰ ਹੀਰਾ ਤੇ ਮੁਗਲੇ ਆਜਮ ਹੀਰਾ ਰੱਖ ਕੇ ਤੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਕੁਰਾਨ ਦੀਆਂ ਆਇਤਾਂ ਪੜ੍ਹਦਾ ਹੁੰਦਾ ਸੀ, ਹਨੇਰੇ 'ਚ ਰੱਖਿਆ ਹੋਇਆ ਇਹ
ਕੋਏ ਨੂਰ ਹੀਰਾ ਦੇ ਮੁਗਲੇ ਆਜਮ ਹੀਰਾ ਚਾਨਣ ਕਰ ਦਿੰਦਾ ਸੀ ਪੜਨ ਜੋਗਾ। ਹੈ ਚਰਚਾ ਤੇ ਮੱਧ ਜਹਾਨ। ਇਹ ਕਹਿੰਦੇ ਸਾਰੇ ਜਗਤ ਦੇ ਵਿੱਚ ਚਰਚਾ ਇਹ ਵੀ ਹੀਰੇ ਰੱਖ ਕੇ ਕੁਰਾਨ ਦੀਆਂ ਆਇਤਾਂ ਪੜਦਾ ਰਿਹਾ ਔਰੰਗਜ਼ੇਬ। ਸਾਹਿਨ ਕੂਰ ਕੋ ਮੱਛੀ ਕਹੈ। ਇੱਕ ਕਹਿੰਦੇ ਵੀ ਕੋਈ ਸਾਹਿਨਕੂਰ ਨਾਮ ਦੀ ਨਾ ਮੱਛੀ ਸੀ, ਇਹਨਾਂ ਦਿੱਲੀ ਦੇ ਬਾਦਸ਼ਾਹ ਦੇ ਕੋਲ ਹੋਏਗੀ ਕੋਈ ਨਸਲ। ਕਹਿੰਦੇ ਵੀ ਇਹ ਉੱਥੇ ਹੀ ਇਹਨਾਂ ਨੇ ਪਾਣੀ ਭਰ ਕੇ ਤੇ ਬਹੁਤ ਵੱਡੀ ਮੱਛੀ ਤੇ ਆਪਣੇ ਕੋਲ ਦਿੱਲੀ ਦੇ ਵਿੱਚ ਰੱਖੀ ਹੋਈ ਹੈ। ਲਾਏ ਕਰਦ ਜਿਸ ਮਾਸ ਸੁਖ ਹੈ। ਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਇਹ ਮੱਛੀ ਦਾ ਜਿੰਨਾ ਕੁ ਮਾਸ ਕਹਿੰਦੇ ਖਾਣਾ ਚਾਹੁੰਦਾ ਤੇ ਇਹਦੇ ਦੇਹੀ ਦੇ ਨਾਲੋਂ ਸਰੀਰ ਦੇ ਨਾਲੋਂ ਛੁਰੀ ਲੈ ਕੇ ਤੇ ਉਹਨਾਂ ਕੁ ਮਾਸ ਕੱਟ ਕੇ ਤੇ ਇਹਨੂੰ ਫਿਰ ਪਾਣੀ ਦੇ ਵਿੱਚ ਹੀ ਰਹਿ ਦਿੰਦੇ ਸਨ। ਮੋਤੀ ਆਂਡੇ ਮੁਰਗ ਸਮਾਨ। ਤੇ ਉਹਦੇ ਵਿੱਚ ਕੋਈ ਇਹੋ ਜਿਹੀ ਰੱਬ ਵੱਲੋਂ ਕੁਦਰਤ ਵੱਲੋਂ ਹੋਏਗੀ ਵੀ ਜਿੱਦਾਂ ਰਾਤ ਦੇ ਸਮੇਂ ਇਹ ਮਾਸ ਵੱਢਦੇ ਸੀ ਕੁਝ ਮੱਛੀ ਦਾ ਤੇ ਜਦੋਂ ਅਗਲਾ ਦਿਨ ਹੁੰਦਾ ਤੇ ਉਹਦਾ ਮਾਸ ਫਿਰ ਉਸੇ ਤਰ੍ਹਾਂ ਸਾਬਤ ਹੋ ਜਾਂਦਾ। ਉਹ ਜਿਹੜੀ ਮੱਛੀ ਸੀ ਸਾਇਨਕੂਰ ਉਹ ਵੀ ਨਾਦਰ ਕਹਿੰਦੇ ਲੈ ਗਿਆ ਤੇ ਮੋਤੀ ਆਂਡੇ ਮੁਰਗ ਸਮਾਨ, ਮੁਰਗੇ ਦੇ ਆਂਡੇ ਦੇ ਸਮਾਨ ਇੱਕ ਮੋਤੀ ਸੀ ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦੇ ਕੋਲੋਂ ਜਦੋਂ ਦਾਰਾ ਸ਼ਿਕੋ ਬਿਮਾਰ ਹੋਇਆ ਤੇ ਉਹਦੇ ਪਿਓ ਸ਼ਾਹਜਹਾਨ ਨੇ ਬੇਨਤੀ ਕਰਕੇ ਮੰਗਿਆ ਸੀ, ਜਿਹਨੂੰ ਗੱਜ ਮੋਤੀ ਵੀ ਕਹਿੰਦੇ ਹਨ। ਉਹ ਬਾਅਦ ਦੇ ਵਿੱਚ ਇਹਨਾਂ ਨੇ ਆਪਣੇ ਕੋਲ ਰੱਖ ਲਿਆ। ਉਹ ਆਂਡੇ ਦਾ ਜਿੱਡਾ ਮੁਰਗੇ ਦਾ ਆਂਡਾ ਹੁੰਦਾ ਏ ਏਡਾ ਵੱਡਾ ਕਹਿੰਦੇ ਮੋਤੀ ਸੀ। 64 ਰੱਤੀ ਤੋਲ ਪਛਾਨ। ਉਹਦਾ ਤੋਲ ਕਹਿੰਦੇ 64 ਰੱਤੀਆਂ ਸੀ। ਜਿਹੜੇ ਕੋਈ ਵਜਨ ਦੇ ਜਾਣਕਾਰ ਹੈ ਉਹ ਦੱਸਦੇ ਆ ਵੀ 8 ਚੌਲਾਂ ਦੇ ਦਾਣੇ ਹੋਣ ਤੇ 1 ਰੱਤੀ ਬਣਦਾ ਹੈ ਤੇ ਇਦਾਂ 64 ਰੱਤੀ ਵਜਨ ਸੀ ਉਸ ਮੋਤੀ ਦਾ। ਉਹ ਵੀ ਲੈ ਗਿਆ ਨਾਦਰ। ਗਲਾਈ ਤਿਨਕੀ ਵੱਡੀ ਅਪਾਰ। ਕਹਿੰਦੇ ਬੜਾ ਐਨ ਗਲਾਈ ਘਾੜਤ ਬੜੀ ਸੋਹਣੀ ਸੀ ਵੀ ਜਿਵੇਂ ਕਿਸੇ ਨੇ ਘੜ ਕੇ ਬਣਾਇਆ ਹੋਵੇ। ਬੜਾ ਸੋਹਣਾ ਸੀ, ਬੜਾ ਸੁੰਦਰ ਸੀ। ਕਹੀ ਕਵੀਸ਼ਰ ਬੁੱਧ ਅਨੁਸਾਰ। ਕਵੀਸ਼ਰਾਂ ਨੇ ਆਪਣੀ ਬੁੱਧ ਦੇ ਅਨੁਸਾਰ ਕਹਿੰਦੇ ਇਹਨਾਂ ਚੀਜ਼ਾਂ ਦੀ ਬੜੀ ਮਹਿਮਾ ਕਹੀ ਸੀ ਜਿਹੜੀਆਂ ਅਮੋਲਕ ਤੇ ਕੀਮਤੀ ਵਸਤੂਆਂ ਸਨ, ਜਿਹੜੀਆਂ ਹਿੰਦੁਸਤਾਨ ਦੇ ਬਾਦਸ਼ਾਹ ਤੋਂ ਬਗੈਰ ਦੁਨੀਆ ਦੇ ਕਿਸੇ ਬਾਦਸ਼ਾਹ ਦੇ ਕੋਲ ਨਹੀਂ ਸੀ। ਉਹ ਸਾਰਾ ਕੁਝ ਨਾਦਰ ਲੁੱਟ ਕੇ ਲੈ ਗਿਆ। ਹੋਰ ਤਾਨ ਸੈਨ ਪਤਸ਼ਾਹੇ ਦੇ ਤੋਹਫੇ ਲਏ ਤੇ ਦੋਏ। ਕਹਿੰਦੇ ਵੀ ਜਿਹੜਾ ਆਗਰੇ ਵਾਲਾ ਰਾਜਾ ਹੈ ਨਾ ਉਹਨੂੰ ਦੇ ਕੇ ਤਾਨ ਸੈਨ ਰਾਗ ਵਿਦਿਆ ਵਿੱਚ ਬਹੁਤ ਮੰਨਿਆ ਪਰਮੰਨਿਆ ਹੋਇਆ ਏ। ਅਕਬਰ ਦੇ ਸਮੇਂ ਇਹ ਜਿਹੜਾ ਤਾਨ ਸੈਨ ਸੀ ਇਹਦਾ ਦਾਦਾ ਗੁਰੂ ਦੇ ਅੱਗੇ ਜਿਹੜਾ ਦਾਦਾ ਗੁਰੂ ਸੀ ਉਹ ਭਾਈ ਮਰਦਾਨੇ ਦਾ ਚੇਲਾ ਹੋਇਆ ਹੈ। ਭਾਈ ਮਰਦਾਨਾ ਜੀ ਦੇ ਕੋਲ ਉਹਨੇ ਰਾਗ ਵਿਦਿਆ ਸਿੱਖੀ ਸੀ। ਤੇ ਇਹ ਜਿਹੜਾ ਤਾਨ ਸੈਨ ਹੈ ਇਹ ਰਾਗ ਵਿਦਿਆ ਦੇ ਵਿੱਚ ਬੜਾ ਮਾਹਰ। ਕਹਿੰਦੇ ਵੀ ਆਗਰੇ ਵਾਲੇ ਦੇ ਕੋਲ ਬੜੀਆਂ 2 ਕੀਮਤੀ ਵਸਤੂਆਂ ਸਨ ਜਿਹੜੀਆਂ ਤਾਨ ਸੈਨ ਨੂੰ ਦੇ ਕੇ ਤੇ ਉਹਦੇ ਬਦਲੇ ਅਕਬਰ ਨੇ ਲਈਆਂ ਸਨ। ਜਾਂ ਇਦਾਂ ਵੀ ਕਹਿੰਦੇ ਆ ਵੀ ਤਾਨ ਸੈਨ ਨੂੰ ਅਕਬਰ ਨੇ 2 ਬਹੁਤ ਹੀ ਕੀਮਤੀ ਵਸਤੂਆਂ ਦਿੱਤੀਆਂ। ਐਨ ਚੈਨ ਕੀ ਮਾਲ ਇੱਕ ਉਹ ਹੀਰਾ ਗੁਲਾਬੀ ਸੋਏ। ਇੱਕ ਐਨ ਚੈਨ ਕੀ ਮਾਲ ਇੱਕ ਮਾਲਾ ਸੀ ਉਹਦਾ ਨਾਮ ਸੀ ਐਨ ਚੈਨ ਤੇ ਇੱਕ ਹੀਰਾ ਸੀ ਇਹ ਗੁਲਾਬੀ ਰੰਗ ਦੀ ਭਾ ਮਾਰਦਾ ਸੀ। ਉਸ ਹੀਰੇ ਕੀ ਖਾਤਰ ਦਿੱਲੀ ਮੁਗਲ ਪਤਸ਼ਾਹੇ। ਜਿਹੜਾ ਗੁਲਾਬੀ ਰੰਗ ਦਾ ਹੀਰਾ ਸੀ ਉਸ ਹੀਰੇ ਦੀ ਖਾਤਰ ਜਿਹੜਾ ਦਿੱਲੀ ਦਾ ਮੁਗਲ ਬਾਦਸ਼ਾਹ ਹੈ ਇਹਨੇ ਕਹਿੰਦੇ ਵੀ ਤਾਨ ਸੈਨ ਵੀ ਵੇਚਣ ਦਾ ਯਤਨ ਕੀਤਾ। ਮੋੜੇ ਵੱਟ ਜਵਾਹਰੀ ਦੋਏ ਚਾਵਲ ਘਟ ਕਰਾਏ। ਆਪਸ ਦੇ ਵਿੱਚ ਮੁਗਲ ਲੜਦੇ ਰਹੇ ਤੇ ਜਿਹੜਾ ਗੁਲਾਬੀ ਹੀਰਾ ਇਹਨੂੰ ਤੋੜਤਾ। ਜਦੋਂ ਤੋੜਿਆ ਤੋੜੇ ਵੱਟ ਜਵਾਹਰੀ ਦੋਏ ਚਾਵਲ ਘਟ ਕਰਾਏ। ਜਿਹੜਾ ਇਹਦਾ ਵਜਨ ਸੀ ਨਾ ਇਹਦੇ ਵਜਨ ਦੇ ਵਿੱਚੋਂ ਕਹਿੰਦੇ ਵੀ 2 ਚਾਵਲਾਂ ਦਾ ਵਜਨ ਘਟ ਗਿਆ। 12 ਰੱਤੀ ਜਿਹੜੀ ਸੀ ਪੱਕੀ ਇਹਦਾ ਵਜਨ ਸੀ ਹੀਰੇ ਗੁਲਾਬੀ ਦਾ। ਇਹ ਆਪਸ ਵਿੱਚ ਲੜੇ ਤੇ ਥੋੜਾ 2 ਚੌਲਾਂ ਜਿੰਨਾ ਕਹਿੰਦੇ ਵੀ ਇਹਦਾ ਵਜਨ ਘਟ ਗਿਆ। 12 ਰੱਤੀ ਤੋਂ ਪੱਕੀ ਉਹ ਦੋਏ ਚਾਵਲ ਘਟ ਸੋਏ। ਇਹ ਤਾਂ 12 ਰੱਤੀਆਂ ਪੱਕੀਆਂ 2 ਘੱਟ ਚੌਲਾਂ ਦਾ ਇਹਦਾ ਵਜਨ ਬਾਕੀ ਰਹਿ ਗਿਆ। ਪਰ ਫੇਰ ਵੀ ਇਹਦੇ ਵਿੱਚ ਬੜੀ ਕਹਿੰਦੇ ਕਰਾਮਾਤ ਸੀ। ਬੜੇ ਪਰਛਾਵੋ ਜਿਸ ਤਰਫ ਗੁਲਾਬੀ ਸੋ ਭਾ ਸੋ ਹੋਏ। ਜਿਹੜਾ ਮੁਗਲ ਬਾਦਸ਼ਾਹ ਆਪਣੇ ਇਹ ਤਾਜ ਦੇ ਵਿੱਚ ਜਿਹੜਾ ਸਿਰ ਤੇ ਮੁਕਟ ਹੁੰਦਾ ਉਹਦੇ ਵਿੱਚ ਇਹਨੇ ਗੁਲਾਬੀ ਭਾ ਵਾਲਾ ਹੀਰਾ ਲਾਇਆ ਸੀ ਤੇ ਜਿਹੜੇ ਪਾਸੇ ਨੂੰ ਵੀ ਰਾਜਾ ਤੱਕਦਾ ਸੀ ਨਾ ਬਾਦਸ਼ਾਹ ਉਧਰਲੇ ਪਾਸੇ ਗੁਲਾਬੀ ਰੰਗ ਦਾ ਪਰਛਾਵਾਂ ਪੈਂਦਾ ਸੀ। ਇਦਾਂ ਦਾ ਇਹ ਹੀਰਾ ਸੀ। ਜਾਓ ਪਈ ਐਨ ਚੈਨ ਕੀ ਮਾਲਾ ਜੋਏ। ਤੇ ਜਿਹੜੀ ਐਨ ਚੈਨ ਨਾਮ ਦੀ ਇੱਕ ਮਾਲਾ ਸੀ ਜਿਹੜੀ ਤਾਨ ਸੈਨ ਦੀ ਉਹਦਾ ਗੁਣ ਕੀ ਸੀ ਉਹ ਵੀ ਦੱਸਦੇ ਹਨ। ਅੱਖ ਸੁਹਾਏ ਦੁੱਖ ਦੇ ਹੋਏ। ਕਹਿੰਦੇ ਬੰਦਾ ਭਾਵੇਂ ਨਾ ਸਾਰੇ ਦਿਨ ਦਾ ਜਿੰਨਾ ਮਰਜੀ ਥੱਕਿਆ ਹੋਵੇ ਜਿੰਨਾ ਮਰਜੀ ਦੁਖੀ ਹੋਵੇ
ਤੇ ਜੇ ਉਹ ਐਨ ਚੈਨ ਮਾਲਾ ਅੱਖਾਂ ਦੇ ਨਾਲ ਛੁਹਾ ਲਵੇ ਤੇ ਕਹਿੰਦੇ ਉਸੇ ਵੇਲੇ ਸਾਰੇ ਸਰੀਰ ਦੀ ਥਕਾਵਟ ਚਲੀ ਜਾਂਦੀ ਸੀ। ਇਦਾਂ ਦੀ ਕੋਈ ਉਹਦੇ ਵਿੱਚ ਨਗ ਪਏ ਸੀ, ਇਦਾਂ ਦੀ ਕੋਈ ਨਿਆਮਤ ਸੀ। ਅੱਖਾਂ ਜਿਹੜੀ ਸੀ, ਅੱਖਾਂ ਦਾ ਦਰਦ ਦੂਰ ਹੋ ਜਾਣਾ, ਸਿਰ ਦੀ ਪੀੜਾ, ਸਰੀਰ ਦੀਆਂ ਦਰਦਾਂ, ਸਾਰੇ ਦਿਨ ਦੀ ਥਕਾਵਟ ਅੱਖਾਂ ਦੇ ਨਾਲ ਸਹਾਉਂਦੇ ਹੀ ਦੂਰ ਹੋ ਜਾਂਦੀ ਸੀ। ਉਹ ਨਾਦਰ ਤਰਕਸ ਲਟਕਾਈ। ਇਹ ਜਿਹੜੀ ਐਨ ਚੈਨ ਮਾਲਾ ਸੀ, ਨਾਦਰ ਨੂੰ ਇਹਦਾ ਮੁੱਲ ਨਹੀਂ ਪਤਾ ਲੱਗਾ ਵੀ ਇਹ ਕਿੱਡੀ ਅਮੋਲਕ ਵਸਤੂ ਹੈ। ਇਹਨੇ ਕੀ ਕੀਤਾ ਵੀ ਇਹਦੇ 4 ਛੇਕ ਕਰਕੇ ਤੇ ਆਪਣੇ ਤੀਰਾਂ ਦੇ ਭੱਥੇ ਦੇ ਨਾਲ ਲਟਕਾ ਲਏ। ਜਿੰਦਰ 4 ਕਰ ਬੱਤ ਗਵਾਈ। 4 ਟੋਟੇ ਕਰਕੇ, ਮੋਰੀਆਂ ਕਰਕੇ ਮਾਲਾ ਦੇ ਵਿੱਚ ਤੇ ਜਿਹੜੀ ਇਹਦੀ ਸ਼ੋਭਾ ਸੀ ਨਾ, ਜਿਹੜਾ ਇਹ 'ਚ ਗੁਣ ਸੀ ਵੀ ਅੱਖਾਂ ਦੇ ਉੱਤੇ ਲਾਉਂਦੇ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ। ਨਾਦਰ ਸ਼ਾਹ ਨੂੰ ਇਸ ਗੁਣ ਦਾ ਪਤਾ ਨਹੀਂ ਸੀ, ਕਦਰ ਨਹੀਂ ਕੀਤੀ ਤੇ ਇਹਨੇ ਉਹ ਤਾਨਸੈਨ ਦੀ ਜਿਹੜੀ ਮਾਲਾ ਹੈ ਉਹਦੀ ਸ਼ੋਭਾ ਗਵਾ ਦਿੱਤੀ, ਉਹਦਾ ਗੁਣ ਹੀ ਸਾਰਾ ਛੇਕ ਮਾਰ ਕੇ ਖਤਮ ਕਰ ਦਿੱਤਾ। ਅਸੀਂ ਹੱਟ ਤੋਂ ਕਰੋੜੋ ਪਤੀ। ਕਹਿੰਦੇ ਇਹ ਸਮਾਨ ਤੇ ਲੁੱਟਿਆ ਹੀ ਆ ਜਿਹੜਾ ਪਿੱਛੇ ਕਿਹਾ ਏ। 80 ਦੁਕਾਨਾਂ ਸਨ ਦਿੱਲੀ ਦੇ ਵਿੱਚ, ਜਿਹੜੇ ਕਰੋੜਾਪਤੀ ਸੀ। ਦੁਕਾਨਾਂ ਦੇ ਸ਼ਹਿਰ ਵੱਡਾ ਸੀ, ਪੁਰਾਣਾ ਸੀ, ਹਜ਼ਾਰਾਂ ਹੀ ਸਨ ਉੱਥੇ, ਪਰ 80 ਦੁਕਾਨਾਂ ਉਹਨਾਂ ਸ਼ਾਹੂਕਾਰਾਂ ਦੀਆਂ ਸੀ ਜਿਹੜੀਆਂ 300 ਸਾਲ ਪਹਿਲਾਂ ਵੀ ਕਰੋੜਾਪਤੀ ਸਨ। ਨਾਦਰ ਛੱਡੀ ਨਾ ਲੱਖਾਂ ਬੱਤੀ। ਕਹਿੰਦੇ ਵੇਖਣ ਯੋਗ ਵੀ ਨਾ ਛੱਡਿਆ। ਨਾਦਰ ਨੇ ਦੀਵਾ ਵੀ ਬਾਲਣ ਜੋਗਾ ਉਹਨਾਂ ਦੇ ਘਰ ਵਿੱਚ ਕੁਝ ਰਹਿਣ ਨਾ ਦਿੱਤਾ, ਸਾਰੀਆਂ ਦੁਕਾਨਾਂ ਤੋਂ ਮਾਲ ਲੁੱਟ ਲਿਆ। ਭੋਰਾ ਖੋਲਿਆ ਗਇਓ। ਇੱਕ ਜੋਰਾ ਤੇ ਭੋਰਾ ਨਾਮ ਦੇ 2 ਘੋੜੇ ਸੀ, ਬਹੁਤ ਹੀ ਕੀਮਤੀ। ਕਹਿੰਦੇ ਵੀ ਛਾਲਾਂ ਮਾਰਦਿਆਂ ਹੋਇਆਂ ਦਰਿਆਵਾਂ ਨੂੰ ਪਾਰ ਕਰ ਜਾਂਦੇ ਸੀ। ਹੋਰ ਵੀ ਬੜੇ ਗੁਣ ਸੀ, ਇਹ ਵੀ ਖੋ ਕੇ ਨਾਦਰ ਲੈ ਗਿਆ। 20 ਕੋਟ ਫਿਰ ਟਕਾ ਚ ਪਇਓ। ਤੇ ਜਿਹੜਾ ਉਸ ਵੇਲੇ ਮੁਹੰਮਦ ਸ਼ਾਹ ਰੰਗੀਲਾ ਸੀ, ਉਹਦੀ ਜਾਨ ਬਖਸ਼ੀ ਦਾ 20 ਕਰੋੜ ਟਕਾ ਜਿਹੜਾ ਸੀ ਉਹ ਮਾਮਲਾ ਦੇਣ ਦਾ ਇਕਰਾਰ ਕਰ ਲਿਆ ਵੀ ਤੂੰ ਮੈਨੂੰ 20 ਕਰੋੜ ਟਕੇ ਪੇਸ਼ ਕਰ ਤੇ ਤੇਰੀ ਜਾਨ ਸਲਾਮਤ ਰਹਿਣ ਦਿੱਤੀ ਜਾਵੇਗੀ। 3 ਕੋਟ 3 ਮਹਿਤਟ ਰਹਿਓ। 20 ਕਰੋੜ ਦੇ ਵਿੱਚੋਂ 17 ਕਰੋੜ ਜਿਹੜਾ ਸੀ ਉਹਦੇ ਅਹਿਮਦ ਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਨਾਦਰ ਨੂੰ ਤਾਰ ਦਿੱਤਾ, ਪਰ 3 ਕਰੋੜ ਨਹੀਂ ਦੇ ਸਕਿਆ ਕਿਉਂਕਿ ਇੰਨੀ ਮਾਮਲਾ ਨਹੀਂ ਸੀ ਇਹਦੇ ਕੋਲ। ਆਏ ਅਹਿਮਦ ਸ਼ਾਹ ਲਿਓ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਜਿਹੜਾ 3 ਕਰੋੜ ਰਹਿ ਗਿਆ ਸੀ ਨਾ, ਫਿਰ ਅਹਿਮਦ ਸ਼ਾਹ ਬਦਾਲੀ ਜਿਹੜਾ ਨਾਦਰ ਦਾ ਚੇਲਾ ਹੀ ਸੀ, ਪਹਿਲਾਂ ਇਹਦਾ ਵਜ਼ੀਰ ਸੀ ਤੇ ਬਾਅਦ ਦੇ ਵਿੱਚ ਨਾਦਰ ਨੂੰ ਇਹਨੇ ਹੀ ਮਾਰ ਕੇ ਤੇ ਆਪ ਸਾਰਾ ਕੁਝ ਖੋਹ ਲਿਆ ਉਹਦੇ ਕੋਲੋਂ। ਉਹ ਅਹਿਮਦ ਸ਼ਾਹ ਨੇ ਫਿਰ 3 ਕਰੋੜ ਬਕਾਇਆ ਆ ਕੇ ਲਿਆ ਦਿੱਲੀ ਦੇ ਵਿੱਚੋਂ। 5 ਸੂਬੇ ਦੇ ਹਿੰਦੂ ਕਟਾਏ। 5 ਸੂਬੇ ਜਿਹੜੇ ਸੀ ਉਹ ਹਿੰਦੁਸਤਾਨ ਦੇ ਨਾਲੋਂ ਕਟਾ ਲਏ। ਪਹਿਲਾਂ 22 ਸੂਬੇ ਸੀ ਹਿੰਦੁਸਤਾਨ ਦੇ, ਤੇ ਇਹਨੇ ਬਾਦਸ਼ਾਹ ਦੇ ਕੋਲੋਂ ਇਹ ਵੀ ਲਿਖਾ ਲਿਆ ਵੀ ਹੁਣ ਜਿਹੜੇ 5 ਸੂਬੇ ਹਨ ਉਹ ਸਾਡੇ ਹੋ ਗਏ। ਲਾਹੌਰ ਸੋ ਆਪਣੀ ਲਈ ਲਿਖਾਏ। ਉਹਨਾਂ ਦੇ ਵਿੱਚੋਂ ਲਾਹੌਰ, ਪਿਸ਼ੌਰ, ਕਾਬਲ ਅਤੇ ਫਿਰ ਜਲੰਧਰ ਆਦਿ ਕੇ 5 ਸੂਬੇ ਜਿਹੜੇ ਸੀ ਇਹ ਨਾਦਰ ਨੇ ਲਿਖਾ ਲਏ ਵੀ ਇਹਨਾਂ ਦੇ ਉੱਤੇ ਹੁਣ ਤੁਹਾਡਾ ਕੋਈ ਕਬਜ਼ਾ ਨਹੀਂ, ਇਹ ਸਾਡੇ ਹੋ ਗਏ ਅੱਜ ਤੋਂ। ਔਰ ਦਰਬ ਕੀ ਕਿਆ ਕਹੀਏ 22 ਸੂਬੇ ਪਤਸ਼ਾਹੇ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਤੋਂ ਇਲਾਵਾ ਹੋਰ ਕਿੰਨੀ ਮਾਇਆ, ਕਿੰਨਾ ਧਨ ਨਾਦਰ ਲੁੱਟ ਕੇ ਲੈ ਕੇ ਗਿਆ, ਉਹਦੇ ਬਾਰੇ ਮੈਂ ਕੀ ਦੱਸਾਂ। ਗੱਲ ਕੀ ਹੈ, ਜਿਹੜੇ ਹਿੰਦੁਸਤਾਨ ਦੇ 22 ਸੂਬੇ ਸਨ, ਇਕੱਠੀ ਠੀਕ ਕਰੀ 16 ਗਇਓ ਨਾਦਰ ਸ਼ਾਹੀ। ਉਹਨਾਂ ਨੇ ਸਦੀਆਂ ਦਾ ਸਮਾਂ ਲਾ ਕੇ ਜਿੰਨੀ ਵੀ ਮਾਇਆ ਇਕੱਠੀ ਕੀਤੀ, ਜਿੰਨੀਆਂ ਵੀ ਕੀਮਤੀ ਵਸਤੂਆਂ ਜਮ੍ਹਾਂ ਕੀਤੀਆਂ ਸੀ, ਉਹ ਸਾਰਾ ਕੁਝ ਹੀ ਨਾਦਰ ਸ਼ਾਹ ਆਇਆ ਤੇ ਆ ਕੇ ਲੁੱਟ ਕੇ ਲੈ ਗਿਆ। ਮਾਰੇ ਜੰਗ ਮੈਂ ਤਿਨ ਕੀ ਕੌਣ ਸ਼ਮਾਰ। ਤੇ ਇਹ ਤੋਂ ਇਲਾਵਾ ਕਹਿੰਦੇ ਇੱਕ ਦਿਨ ਦਿੱਲੀ ਦੇ ਵਿੱਚ ਜੰਗ ਕਰਦੇ ਆ ਜਿਹੜੇ ਮਾਰੇ, ਉਹਨਾਂ ਦੀ ਵੀ ਕੌਣ ਗਿਣਤੀ ਕਰੇ। ਤੇ ਕਤਲ ਗਰੀਬ ਮਨ ਦਿੱਲੀ 70,000। ਉਹਨੇ ਤਾਂ ਇਕੱਲਾ ਦਿੱਲੀ ਦੇ ਵਿੱਚ ਹੀ 70,000 ਬੰਦਾ ਇੱਕੇ ਦਿਨ ਕਤਲ ਕਰਾਤਾ। 2.5 ਲੱਖ ਦੇ ਫੌਜ ਸੀ ਤੇ 70,000 ਬੰਦਾ ਦਿੱਲੀ ਦੇ ਵਿੱਚ ਨਾਦਰ ਨੇ ਇੱਕੇ ਦਿਨ ਮਾਰਿਆ। ਤੇ ਮਾਰਿਆ ਵੀ ਕਿਵੇਂ, ਕਹਿੰਦੇ ਵੀ ਜਦੋਂ ਦਿੱਲੀ ਦੇ ਵਿੱਚ ਨਾਦਰ ਆ ਗਿਆ ਤੇ ਜੁਮੇ ਦੀ ਨਮਾਜ਼ ਦਾ ਦਿਨ ਸੀ ਤੇ ਮੁਹੰਮਦ ਸ਼ਾਹ ਰੰਗੀਲਾ ਕਹਿਣ ਲੱਗਾ ਉਹ ਆਪਾਂ ਨਮਾਜ਼ ਪੜ੍ਹਦੇ ਆ, ਤੇ ਉਹ ਪੜ੍ਹਨ ਵਾਸਤੇ ਨਮਾਜ਼ ਅੰਦਰ ਲੈ ਗਿਆ। ਤੇ ਬਾਹਰ ਮੁਹੰਮਦ ਸ਼ਾਹ ਰੰਗੀਲੇ ਦੀ ਫੌਜ ਦੇ ਕੋਈ ਸਿਪਾਹੀ ਸਨ, ਛਕਿਆ ਛਕਾਇਆ ਸੀ ਕੁਝ, ਇਹਨਾਂ ਨੇ ਨਸ਼ਾ ਪਤਾ, ਤੇ ਇਹਦੇ ਉਦਾਂ ਹੀ ਫੋਕੇ ਫੈਰ ਮਾਰਨ ਲੱਗ ਪਏ ਵੀ ਸਾਡਾ ਜਿਹੜਾ ਬਾਦਸ਼ਾਹ ਹੈ ਬੜਾ ਚਲਾਕ ਹੈ, ਹੁਣ ਨਾਦਰ ਸ਼ਾਹ ਨੂੰ ਅੰਦਰ ਲੈ ਗਿਆ ਤੇ ਇਹਨੇ ਉੱਥੇ ਜਾ ਕੇ ਦਾ ਸਿਰ ਵੱਢ ਕੇ ਉਹਨੂੰ ਮਾਰ ਦੇਣਾ। ਇਹ ਗੱਲ ਜਿਹੜੀ ਸੀ ਨਾਦਰ ਦੇ ਇੱਕ ਸਿਪਾਹੀ ਨੇ ਸੁਣ ਲਈ, ਉਹ ਦੌੜ ਕੇ ਅੰਦਰ ਆਇਆ।
ਆ ਕੇ ਨਾਦਰ ਨੂੰ ਦੱਸੀ ਗੱਲ ਵੀ ਇਹ ਤੇ ਤੈਨੂੰ ਮਾਰਨ ਨੂੰ ਫਿਰਦੇ ਨੇ। ਨਾਦਰ ਨੇ ਉਸ ਵੇਲੇ ਕਿਰਪਾਨ ਮਿਆਨ ਚੋਂ ਧੂਲੀ, ਕਹਿਣ ਲੱਗਾ ਵੀ ਜਿਹੜਾ ਵੀ ਦਾ ਹੁੰਦਾ ਸਾਰੇ ਵੱਢ ਦਿਓ। ਉੱਥੋਂ ਲਾਲ ਕਿਲੇ ਤੋਂ ਲੈ ਕੇ ਸਬਜ਼ੀ ਮੰਡੀ ਤੀਕਰ ਜਿੰਨੇ ਵੀ ਬਸਤੀਆਂ ਸਨ, ਜਿੰਨੇ ਵੀ ਇਲਾਕਿਆਂ ਦੇ ਵਿੱਚ ਲੋਕ ਵੱਸਦੇ ਸੀ, ਉਹਨਾਂ ਨੂੰ ਮਾਰਨਾ ਸ਼ੁਰੂ ਕੀਤਾ। ਤੇ 70,000 ਬੰਦਾ ਦਿੱਲੀ ਦੇ ਵਿੱਚ ਸਾਧ ਸੰਗਤ ਇਹਨਾਂ ਪਠਾਣਾਂ ਨੇ ਆਪਣਾ ਮੁਗਲਾਂ ਦਾ ਆਪੇ ਹੀ ਮਾਰਤਾ। ਇਹ ਤਾਂ ਕਹਿੰਦੇ ਵੀ ਜਿਹੜਾ ਵਜ਼ੀਰ ਸੀ ਨਾ, ਇੱਕ ਕੋਈ ਹੌਸਲਾ ਨਾ ਕਰੇ, ਉਹਨੇ ਗਲ 'ਚ ਕਹਾੜਾ ਪਾ ਕੇ ਤਰਲਾ ਕੱਢਿਆ ਵੀ ਇਹ ਜਿਨ੍ਹਾਂ ਨੂੰ ਮਾਰ ਰਿਹਾ ਵੀ ਤਾਂ ਤੇਰੇ ਹੀ ਆ, ਆਪਾਂ ਭਰਾ ਹੀ ਆ। ਤੇ ਫੇਰ ਜਾ ਕੇ ਨਾਦਰ ਰੁਕਿਆ ਸੀ, ਪਰ ਜਦੋਂ ਰੁਕਿਆ ਤੋਂ ਪਹਿਲਾਂ 70,000 ਬੰਦਾ ਇਹਨੇ ਇੱਕੇ ਦਿਨ ਦੇ ਵਿੱਚ ਦਿੱਲੀ ਦੇ ਵਿੱਚ ਕਤਲ ਕਰਾ ਦਿੱਤਾ। ਇਬ ਕਰ ਤੁਰਕ ਤੁਰਕਣ ਦੇ ਗਾਲ। ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਪਰਮੇਸ਼ਰ ਦੀ ਦਰਗਾਹ 'ਚ ਹੁਕਮ ਜੀ ਹੋ ਚੁੱਕਾ ਸੀ, ਜਿਸ ਕਰਕੇ ਤੁਰਕਾਂ ਨੂੰ ਹੀ ਗਾਲ ਦਿੱਤਾ। ਪਠਾਣਾਂ ਨੇ ਆ ਕੇ ਮੁਗਲਾਂ ਨੂੰ ਮਾਰਤਾ। ਪਹਿਲਾਂ ਮੁਗਲ ਆਏ ਸੀ ਤੇ ਮੁਗਲਾਂ ਨੇ ਪਠਾਣਾਂ ਨੂੰ ਗਰਕ ਕੀਤਾ, ਕਿਉਂਕਿ ਮੁਗਲ ਪਠਾਣਾ ਭਈ ਲੜਾਈ, ਮੁਗਲਾਂ ਦੇ ਪਠਾਣਾਂ ਦੀ ਲੜਾਈ ਸਦੀਆਂ ਪੁਰਾਣੀ ਹੈ। ਖੁਰਾਸਾਨ ਖੁਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਉਦੋਂ ਮੁਗਲ ਚੜ ਕੇ ਆਏ ਸੀ ਤੇ ਪਠਾਣਾਂ ਨੂੰ ਮਾਰਿਆ, ਹੁਣ ਪਠਾਣ ਚੜ ਕੇ ਆਏ ਤੇ ਮੁਗਲਾਂ ਨੂੰ ਮਾਰਿਆ। ਪਰ ਕਹਿੰਦੇ ਤੁਰਕਾਂ ਦੇ ਕੋਲੋਂ ਤੁਰਕੀ ਨਾਸ ਕਰਾ ਦਿੱਤੇ। ਜਿਹੜਾ ਮਹਾਰਾਜ ਦਾ ਬਚਨ ਸੀ, ਨਾ ਆਪ ਲੜੂ ਨਾ ਫੌਜ ਲੜਾਉ, ਪਟ ਵੀਰ ਨਸੇਤੀ ਬਾਂਝ ਮੁਗਾਉ, ਨਾ ਛਾਡੂ ਖਲਕ ਨਾ ਛਾਡੂ ਬਲਕ, ਪਰਬਤ ਕਾਟੂ ਈਰਾਨ ਖੁਰਾਸਾਨ ਕੇ। ਇਹ ਫੌਜਾਂ ਜਿਹੜੀਆਂ ਮੁਸਲਮਾਨਾਂ ਦੀਆਂ ਆਪਸ ਵਿੱਚ ਹੀ ਲੜ ਲੜ ਕੇ ਮਰਨ ਲੱਗ ਪਈਆਂ। ਉਹ ਕਰਿਓ ਸੋ ਪਾਟਕ ਨਾਲ। ਆ ਇਸ ਤਰ੍ਹਾਂ ਕਹਿੰਦੇ ਵੀ ਜੋ ਕਰਿਓ ਸੋ ਪਾਟਕ ਨਾਲ। ਇਹ ਦੁਨੀਆ ਦਾ ਇਤਿਹਾਸ ਕਹਿੰਦਾ ਏ ਵੀ ਜਿਹੜਾ ਵੀ ਫੁੱਟ ਗਿਆ, ਜਿਹਦੇ ਵਿੱਚ ਫੁੱਟ ਪੈ ਗਈ, ਉਹ ਗਲ ਗਿਆ। ਜਿਨ੍ਹਾਂ ਦੇ ਵਿੱਚ ਵੀ ਆਪਸੀ ਕੌਮਾਂ ਦੇ ਵਿੱਚ, ਭਰਾਵਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ, ਦੇਸ਼ਾਂ 'ਚ ਫੁੱਟ ਪੈ ਗਈ, ਉਹ ਫੁੱਟ ਕਰਕੇ ਉਹ ਗਲ ਜਾਂਦੇ ਨੇ, ਖਤਮ ਹੋ ਜਾਂਦੇ ਹਨ। ਔਰ ਬਾਤ ਸਾਰੀ ਕਹੋ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਜਿੱਦਾਂ ਉਹਨੇ ਲੁੱਟਿਆ, ਕੁੱਟਿਆ, ਮਾਰਿਆ ਨਾਦਰ ਨੇ, ਜੇ ਮੈਂ ਉਹਦੀ ਸਾਰੀ ਕਥਾ ਲਿਖਣ ਬਹਿ ਜਾਵਾਂ ਇੱਥੇ, ਕਹਿੰਦੇ ਫਿਰ ਗ੍ਰੰਥ ਬੜਾ ਵੱਡਾ ਹੋ ਜਾਣਾ ਹੈ। ਤੇ ਮੈਂ ਸੰਕੋਚ ਕਰਦਾ, ਬਸ ਇਹ ਗੱਲ ਦੱਸੀ ਵੀ ਨਾਦਰ ਦੇ ਆਉਣ ਦੇ ਨਾਲ ਖਾਲਸੇ ਨੂੰ ਫਾਇਦਾ ਹੋ ਗਿਆ ਤੇ ਨਾਦਰ ਮੁਗਲਾਂ ਦਾ ਸਾਰਾ ਕੁਝ ਹੁੰਜ ਕੇ ਲੈ ਗਿਆ। ਤੇ ਜਿਹੜਾ ਕੁਝ ਬਚਿਆ ਬਚਾਇਆ ਸੀ, ਬਾਅਦ ਦੇ ਵਿੱਚ ਆ ਕੇ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਗਿਆ। ਸੋ ਇਸ ਤਰ੍ਹਾਂ ਸਾਧ ਸੰਗਤ ਹੁਣ ਜਦੋਂ ਨਾਦਰ ਵਾਪਸ ਜਾਣ ਲੱਗਾ ਏ ਤੇ ਵਾਪਸ ਜਾਂਦੇ ਨੂੰ ਸਿੰਘਾਂ ਨੇ ਲੁੱਟ ਲਿਆ। ਇਹ ਪਹਾੜ ਵਾਲੇ ਪਾਸੇ ਥਾਣੀ ਲੰਘਿਆ ਵੀ ਜਿਹੜਾ ਪਹਾੜ ਦਾ ਇਲਾਕਾ ਹੈ ਨਾ, ਵੀ ਇਹ ਜਿਹੜਾ ਇਲਾਕਾ ਵੀ ਚਲੋ ਠੰਡਾ ਇਲਾਕਾ ਏ ਤੇ ਇਸ ਪਾਸੇ ਦੀ ਹੋ ਕੇ ਨੇੜੇ ਤੇ ਫੇਰ ਆਪਾਂ ਅੱਗੇ ਲਾਹੌਰ ਤੇ ਲਾਹੌਰੋਂ ਅੱਗੇ ਕੰਧਾਰ ਕਾਬਲੇ ਈਰਾਨ ਨੂੰ ਜਾਵਾਂਗੇ। ਇਹ ਸੋਚ ਕੇ ਨਾਦਰ ਜਿਹੜਾ ਸੀ, ਕਾਫਲਿਆਂ ਦੇ ਕਾਫਲੇ ਲੱਦ ਕੇ ਬਹੁਤ ਕੀਮਤੀ ਖਜ਼ਾਨਾ ਜਾ ਰਿਹਾ ਸੀ। ਸਿੰਘਾਂ ਨੇ 2-2 25-25 ਹਜ਼ਾਰ ਦੇ ਜਥੇ ਬਣਾ ਲਏ। ਇੱਕ ਜਥਾ ਆਉਂਦਾ ਏ, ਉਹ ਹੁਣ ਅਚਨਚੇਤ ਹੈ, ਉਹ ਸਮਾਨ ਸੰਭਾਲਣ ਕੇ ਜੰਗ ਕਰਨ। ਸਿੰਘ ਆਉਂਦੇ ਆ ਅਚਾਨਕ ਤੇ ਲੁੱਟ ਕੇ ਤੇ ਅੱਗੇ ਲੰਘ ਜਾਂਦੇ ਆ। ਉਹ ਜਦੋਂ ਹੁਣ ਉਹਨਾਂ ਦੇ ਮਗਰ ਫੌਜ ਜਾਂਦੀ ਹੈ ਨਾਦਰ ਦੀ, ਤਾਂ ਇੱਕ ਜਥਾ ਸਿੰਘਾਂ ਦਾ ਹੋਰ ਆਉਂਦਾ ਹੈ ਤੇ ਉਹ ਲੁੱਟ ਕੇ ਦੂਜੇ ਪਾਸੇ ਨੂੰ ਚਲੇ ਜਾਂਦੇ ਆ। ਫੌਜ ਉਧਰ ਨੂੰ ਲੱਗਦੀ ਹੈ ਤੇ ਤੀਸਰਾ ਜਥਾ ਆ ਕੇ ਲੁੱਟ ਕੇ ਤੇ ਉਹ ਦੂਜੇ ਪਾਸੇ ਨੂੰ ਚਲੇ ਜਾਂਦੇ। ਇਹਦਾ ਮੁਗਲਾਂ ਦੀ, ਇਹਨਾਂ ਤੁਰਕਾਂ ਦੀ ਬੁਰੀ ਹਾਲਤ ਸਿੰਘਾਂ ਨੇ ਕੀਤੀ। ਤੇ ਨਾਦਰ ਜਿਹੜਾ ਹੈ ਹੁਣ ਜਾ ਕੇ ਤੇ ਲਾਹੌਰ ਬਹਿ ਗਿਆ ਤੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪੁੱਛਦਾ ਏ ਵੀ ਮੈਂ ਤੁਰਿਆ ਈਰਾਨ ਤੋਂ ਤੁਰਿਆ, ਕਾਬਲ, ਕੰਧਾਰ, ਜਲਾਲਾਬਾਦ, ਲਾਹੌਰ, ਇੱਥੋਂ ਦਿੱਲੀ ਤੀਕਰ ਗਿਆ। ਕਹਿੰਦੇ ਮੈਨੂੰ ਕਿਸੇ ਨਹੀਂ ਲੁੱਟਿਆ, ਕੋਈ ਮੇਰੇ ਅੱਗੇ ਨਹੀਂ ਆਇਆ। ਦਿੱਲੀ ਤੋਂ ਵਾਪਸ ਆਇਆ ਤੇ ਜਮਨਾ ਤੀਕਰ ਕੋਈ ਮੇਰੇ ਅੱਗੇ ਨਹੀਂ ਆਇਆ। ਪਰ ਜਦੋਂ ਮੈਂ ਪੰਜਾਬ ਦੇ ਵਿੱਚ ਵੜਿਆ, ਜਿਹੜਾ ਮੈਂ ਸਾਰਿਆਂ ਨੂੰ ਲੁੱਟਣ ਵਾਲਾ, ਇਹ ਮੈਨੂੰ ਵੀ ਜਿਹੜੇ ਲੁੱਟ ਕੇ ਲੈ ਗਏ ਆ, ਇਹ ਕੌਣ ਨੇ? ਇਹ ਨਾਦਰ ਨੇ ਪੁੱਛਿਆ ਜ਼ਕਰੀਏ ਖਾਨ ਨੂੰ ਵੀ ਇਹਨਾਂ ਦਾ ਦੇਸ਼ ਦੱਸ, ਇਹਨਾਂ ਦਾ ਦੇਸ਼ ਮੈਂ ਨਸ਼ਟ ਕਰ ਦਿਆਂਗਾ। ਕਿਹੜਾ ਇਹਨਾਂ ਦਾ ਦੇਸ਼ ਹੈ, ਕਿੱਥੇ ਰਹਿੰਦੇ ਆ, ਕੌਣ ਹੈ, ਕੀ ਕਰਦੇ ਆ? ਉਹ ਸਾਰੀ ਗੱਲਬਾਤ ਜਿਵੇਂ ਜ਼ਕਰੀਆ ਜਿਹੜਾ ਹੈ ਉਹ ਨਾਦਰ ਨੂੰ ਦੱਸਦਾ ਹੈ। ਇਹ ਕਥਾ ਆਪਾਂ ਕੱਲ ਸਰਵਣ ਕਰਾਂਗੇ। ਮਹਾਰਾਜ ਸਾਹਿਬ ਜੀ ਦੇ ਪੰਥ ਦੀ ਕਥਾ ਕਰਦਿਆਂ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਸਤਿਗੁਰੂ ਮਹਾਰਾਜ ਤੇ ਸਤਿਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਤੁਰਕਣ ਦੇ ਗਾਲ
ਜੋ ਗਲਿਓ ਸੋ ਪਾਟਕ ਨਾਲ, ਔਰ ਬਾਤ ਇਸ ਸਾਰੀ ਕਹੋ, ਗ੍ਰੰਥ ਵੰਡਨ ਤੇ ਚਿਤ ਸੰਕਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਿਆਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। हे ਸਮਰਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤਨ ਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਮਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਮਾਰੇ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦਾ ਜਨਕਾਰਾ ਬੁਲਾਵੇ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ, ਗੁਰਪੁਰੀ ਅਕਾਲ। ਦੇਖ ਦੇਖ ਫਤਿਹ, ਗੁਰੂ ਖਾਲਸੇ ਦੀ ਹਰਮਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ